ਇਸੇ ਵਿੱਚ ਤੁਹਾਡਾ ਸਾਰਿਆਂ ਦਾ ਕਰਦੇ ਹਾਂ ਜੀ ਨਿੱਘਾ ਸਵਾਗਤ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਦਾ ਪ੍ਰਾਈਮ ਟਾਈਮ ਸ਼ੋਅ ਤੇ ਮੇਰੇ ਨਾਲ ਚੰਡੀਗੜ੍ਹ ਸਟੂਡੀਓ ਤੋਂ ਜੁੜ ਗਏ ਨੇ ਸੁਸ਼ੀਲ ਦਸਾਂਝ। ਉਹਨਾਂ ਨਾਲ ਖਬਰਾਂ ਕਰਦੇ ਹਾਂ ਭਾਰਤ ਦੀਆਂ ਸਾਂਝੀਆਂ। ਅੱਗੇ ਚੱਲ ਕੇ ਪ੍ਰੋਫੈਸਰ ਜਗੀਰ ਸਿੰਘ ਕਾਲੋਂ ਵੀ ਸਾਡੇ ਨਾਲ ਜੁੜਨਗੇ, ਕੁਝ ਗੱਲਾਂ ਬਾਤਾਂ ਉਹਨਾਂ ਨਾਲ ਵੀ ਕਰਾਂਗੇ। ਸੋ ਸਭ ਤੋਂ ਪਹਿਲਾਂ ਦਸਾਂਝ ਸਾਹਿਬ ਤੁਹਾਡਾ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ। ਬਹੁਤ ਸ਼ੁਕਰੀਆ ਜੀ ਹਰਜੀਤ ਗਿੱਲ ਜੀ ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਵੀ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਜੀ ਹਰਜੀਤ ਗਿੱਲ। ਆਪਣੇ ਦਸਾਂਝ ਸਾਹਿਬ, ਕਾਫੀ ਦਿਨਾਂ ਤੋਂ ਕਾਂਗਰਸ ਦਾ ਰੌਲਾ ਰੱਪਾ ਜਿਹੜਾ ਸੁਣ ਰਹੇ ਆ, ਮੈਨੂੰ ਲੱਗਦਾ ਇਸ ਵੇਲੇ ਸਭ ਤੋਂ ਜ਼ਿਆਦਾ ਖਬਰ ਵੱਡੀ ਉਹੀ ਛਾਈ ਹੋਈ ਆ। ਜਿੰਨੇ ਚੈਨਲ ਨੇ ਬਾਕੀ ਚੀਜ਼ਾਂ ਭੁੱਲ ਭੁਲਾ ਕੇ ਸਿੱਧੂ ਦੀ ਪ੍ਰਧਾਨਗੀ ਤੇ ਗੱਲ ਕਰ ਰਹੇ ਆ। ਹਾਲਾਂ ਓਫੀਸ਼ੀਅਲੀ ਅਨਾਊਂਸ ਨਹੀਂ ਹੋਇਆ, ਪਰ ਜਿਵੇਂ ਤੁਸੀਂ ਕਹਿੰਦੇ ਹੁੰਦੇ ਹੋ ਕਿ ਖਬਰ ਲੀਕ ਕਰਕੇ ਤੇ ਫਿਰ ਉਹਦਾ ਵਜ਼ਨ ਤੋਲਿਆ ਜਾਂਦਾ, ਇਹਦਾ ਨਾਂ ਹੀ ਸ਼ਾਇਦ ਪੋਲੀਟਿਕਸ ਹੈ। ਤੇ ਸਿੱਧੂ ਸਾਹਿਬ ਪਹੁੰਚ ਗਏ ਚੰਡੀਗੜ੍ਹ ਤੇ ਵਧਾਈਆਂ ਕਬੂਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਬਹੁਤ ਸਾਰੇ ਲੋਕਾਂ ਨੇ ਕਹਿੰਦੇ ਆ ਪੋਸਟਰ ਵੀ ਲਾ ਦਿੱਤੇ ਨੇ, ਪੰਜਾਬ ਭਰ ਵਿੱਚ ਲੱਗਣੇ ਸ਼ੁਰੂ ਹੋ ਗਏ, ਖਾਸ ਕਰ ਅੰਮ੍ਰਿਤਸਰ ਤੇ ਪਟਿਆਲੇ ਵਿੱਚ। ਤੇ ਜਿਹੜੇ ਵਿਰੋਧੀ ਵੀ ਕਹੇ ਜਾਂਦੇ ਸੀਗੇ ਉਹ ਵੀ ਉਹਨਾਂ ਨੂੰ ਵਧਾਈਆਂ ਦੇਣ ਪਹੁੰਚ ਗਏ ਨੇ। ਤੇ ਅੱਜ ਕੋਈ ਸੁਖਜਿੰਦਰ ਸਿੰਘ ਸੁੱਖੀ ਦੇ ਘਰ ਮੀਟਿੰਗ ਵੀ ਉਹਨਾਂ ਦੀ ਹੋ ਗਈ ਹੈ ਜੀ ਕੋਈ। ਤੇ ਕੀ ਸਾਰੇ ਸਮਾਚਾਰ ਨੇ ਕੁੱਲ ਮਿਲਾ ਕੇ? ਦੇਖੋ, ਇਸ ਤਰ੍ਹਾਂ ਹੈ ਕਿ ਅਸਲ ਦੇ ਵਿੱਚ ਹਰੀਸ਼ ਰਾਵਤ ਜਿਹੜੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹੈ ਹਾਈ ਕਮਾਂਡ ਵੱਲੋਂ, ਉਹਨਾਂ ਨੇ ਇਹ ਗੱਲ ਕਹੀ ਕਿ ਰਸਮੀ ਐਲਾਨ ਛੇਤੀ ਹੋ ਜਾਏਗਾ, ਪਰ ਇਹ ਹੁਣ ਤੈਅ ਹੋ ਗਿਆ ਵੀ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਹੋਣਗੇ। ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਹਿਤਾ ਕਿ ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਦੇ ਮੁੱਖ ਮੰਤਰੀ ਬਣੇ ਰਹਿਣਗੇ, ਤੇ ਬਣੇ ਹੀ ਨਹੀਂ ਰਹਿਣਗੇ, ਸਗੋਂ ਉਹ ਹੀ ਇਹਨਾਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਹੋਣਗੇ। ਪਰ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਪ੍ਰਧਾਨ ਹੋਣਗੇ। ਤੇ ਨਾਲ ਇੱਕ ਲਾਈਨ ਜਿਹੜੀ ਉਹਨਾਂ ਨੇ ਕਹੀ ਹੈ ਹਰੀਸ਼ ਰਾਵਤ ਨੇ, ਉਹ ਬੜੀ ਇੰਪੋਰਟੈਂਟ ਹੈ ਵੀ ਇਹ ਫੈਸਲਾ ਹੋ ਗਿਆ ਤੇ ਹੁਣ ਕੋਈ ਵੀ ਹੋਰ ਫੈਸਲਾ ਲੈਣ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਇਹ ਜ਼ਰੂਰ ਸੋਚ ਲੈਣਾ ਚਾਹੀਦਾ ਹੈ ਕਿ ਉਹਨਾਂ ਦੇ ਸਿਰ ਤੇ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਰੱਖੀ ਜਾ ਰਹੀ ਹੈ। ਜਾਣੀ ਹਰੀਸ਼ ਰਾਵਤ ਦਾ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਕਾਂਗਰਸ ਪਾਰਟੀ ਦਾ ਕਹਿਣਾ ਤੇ ਰਸਮੀ ਐਲਾਨ ਹਾਲੇ ਬਾਕੀ ਹੈ, ਇਹ ਵੀ ਕਹਿਣਾ ਤੇ ਨਾਲ ਇਹ ਵੀ ਕਹਿ ਦੇਣਾ ਵੀ ਹੁਣ ਕੈਪਟਨ ਅਮਰਿੰਦਰ ਤੇ ਨਵਜੋਤ ਸਿੰਘ ਸਿੱਧੂ ਨੂੰ ਇੱਕੋ ਫਰੇਮ 'ਚ ਰੱਖ ਕੇ ਚੱਲਣਾ ਪਏਗਾ ਤੇ ਨਵਜੋਤ ਸਿੰਘ ਸਿੱਧੂ ਨੂੰ ਸਮਝਣਾ ਪਏਗਾ ਹੁਣ ਵੀ ਉਹ ਕੁਝ ਵੀ ਬੋਲਣ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਧਿਆਨ ਰੱਖਣ। ਜਾਣੀ ਇੱਕ ਕਿਸਮ ਦਾ ਅਨੁਸ਼ਾਸਨ ਜਾਂ ਡਿਸਿਪਲਿਨ ਜਿਹੜਾ ਆ ਉਹਦੇ ਤੇ ਹਾਲੇ ਵੀ ਕਿਤੇ ਨਾ ਕਿਤੇ ਹਰੀਸ਼ ਰਾਵਤ ਨੂੰ ਘੱਟੋ ਘੱਟ ਜਿਹੜੇ ਪੰਜਾਬ ਮਾਮਲੇ ਦੇ ਇੰਚਾਰਜ ਹੈ ਸ਼ੱਕ ਹੈ ਕਿ ਨਵਜੋਤ ਸਿੰਘ ਸਿੱਧੂ ਅਕਸਰ ਜਿਹੜਾ ਡਿਸਿਪਲਿਨ ਹੈ ਉਹਦੀ ਉਲੰਘਣਾ ਕਰਦੇ ਰਹੇ ਆ। ਹੁਣ ਪ੍ਰਧਾਨ ਬਣ ਜਾਣਗੇ ਤੇ ਪ੍ਰਧਾਨਗੀ ਨੂੰ ਨਿਭਾਉਂਦਿਆਂ ਹੋਇਆ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਅਗਲੀ ਗੱਲ ਇਹ ਹੈ ਬਈ ਆਫੀਸ਼ੀਅਲੀ ਇਹਦਾ ਹਾਲੇ ਐਲਾਨ ਨਹੀਂ ਹੋਇਆ, ਪਰ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ, ਮੈਂ ਵੀ ਅਕਸਰ ਕਹਿੰਦਾ ਵੀ ਕੁਝ ਗੱਲਾਂ ਜਿਹੜੀਆਂ ਆ ਉਹ ਇਸ ਤਰ੍ਹਾਂ ਫਲੋਟ ਕਰ ਦਿੱਤੀਆਂ ਜਾਂਦੀਆਂ ਤਾਂ ਜੋ ਥੱਲੋਂ ਜਿਹੜੇ ਪ੍ਰਭਾਵ ਹੈ ਲਏ ਜਾ ਸਕਣ ਵੀ ਇਹਦਾ ਕਿਸ ਕਿਸਮ ਦਾ ਯਾਨੀ ਅਸਰ ਪੈ ਰਿਹਾ। ਕੁਝ ਖਬਰਾਂ ਇੱਦਾਂ ਆਈਆਂ ਕਿ ਬਹੁਤ ਜ਼ੋਰ ਲਾਇਆ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹਨਾਂ ਨੂੰ ਡਿਪਟੀ ਸੀਐਮ ਬਣਾ ਦਿਓ, ਭਾਵੇਂ ਨਵਜੋਤ ਸਿੰਘ ਸਿੱਧੂ ਨੂੰ ਕੰਪੇਨ ਕਮੇਟੀ 'ਚ ਰੱਖ ਲਓ, ਪਰ ਪੰਜਾਬ ਕਾਂਗਰਸ ਦਾ ਪ੍ਰਧਾਨ ਨਾ ਬਣਾਓ। ਇਹ ਜ਼ੋਰ ਰਿਹਾ ਕੈਪਟਨ ਅਮਰਿੰਦਰ ਦਾ, ਪਰ ਉਹਨਾਂ ਦੀ ਮੰਨੀ ਨਹੀਂ ਗਈ ਤੇ ਇਸ ਕਰਕੇ ਕੈਪਟਨ ਹੋਰਾਂ ਦੇ ਮਨ 'ਚ ਹਾਲੇ ਕੁਝ ਨਾਰਾਜ਼ਗੀ ਹੈ। ਔਰ ਉਹ ਨਾਰਾਜ਼ਗੀ ਹਾਲੇ ਤੱਕ ਜਨਤਕ ਤੌਰ ਦੇ ਉੱਤੇ ਉਹਨਾਂ ਵੱਲੋਂ ਪ੍ਰਗਟ ਨਹੀਂ ਕੀਤੀ ਗਈ, ਪਰ ਇਹ ਅੰਦਰੋਂ ਖਬਰਾਂ ਕੁਝ ਇਸ ਕਿਸਮ ਦੀਆਂ ਸੀਗੀਆਂ। ਪਰ ਜੇ ਹੁਣ ਬਾਈ ਦੇ ਵੇ ਆਪਾਂ ਇਹਨੂੰ ਮੰਨ ਕੇ ਤੁਰੀਏ ਕਿ ਹਾਂ ਅੱਜ ਭਲਕੇ ਜਾਂ ਕੁਝ ਘੰਟਿਆਂ ਤੱਕ ਇਹ ਐਲਾਨ ਹੋ ਜਾਏਗਾ ਤੇ ਕਾਂਗਰਸ ਪਾਰਟੀ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਉਹਦੇ ਨਾਲ ਨਾਲ ਹਰੀਸ਼ ਰਾਵਤ ਨੇ ਜਿਹੜੀ ਨਵੀਂ ਇੱਕ ਗੱਲ ਦੱਸੀ ਵੀ 2 ਕਾਰਜਕਾਰੀ ਪ੍ਰਧਾਨ ਵੀ ਹੋਣਗੇ। ਐਕਟਿੰਗ ਪ੍ਰੈਜ਼ੀਡੈਂਟ ਉਹਨਾਂ ਨੇ ਕਿਹਾ, ਪਤਾ ਨਹੀਂ ਕਾਰਜਕਾਰੀ ਹੋਣਗੇ ਜਾਂ ਜ਼ੋਨਲ ਹੋਣਗੇ। ਉਹ ਜਿਹੜੇ 2 ਹੋਰ ਨਾਲ ਪ੍ਰਧਾਨ ਲਾਉਣੇ ਆ ਉਹ ਹੋਣਗੇ ਵੀ ਨਵਜੋਤ ਸਿੰਘ ਸਿੱਧੂ ਦੇ ਅਧੀਨ। ਇੱਕ ਦਲਿਤ ਭਾਈਚਾਰੇ 'ਚ ਹੋਏਗਾ ਤੇ ਇੱਕ ਹਿੰਦੂ ਭਾਈਚਾਰੇ 'ਚ ਹੋਏਗਾ। ਹੁਣ ਉਹ ਕੌਣ ਹੁੰਦੇ ਆ ਇਹਦੇ ਬਾਰੇ ਹਾਲੇ ਕੋਈ ਇਲਮ ਨਹੀਂ ਆਪਾਂ ਨੂੰ, ਪਰ ਜੇ ਮੰਨ ਕੇ ਤੁਰੀਏ ਕਿ ਹਾਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਐਲਾਨ ਦਿੱਤਾ ਜਾਏਗਾ ਕੁਝ ਘੰਟਿਆਂ ਤੱਕ ਜਾਂ ਇੱਕ ਅੱਧੇ ਦਿਨ 'ਚ, ਤਾਂ ਫਿਰ ਸਮੀਕਰਨ ਥੋੜ੍ਹੇ ਜਿਹੇ ਹੋਰ ਬਦਲਣ ਵਾਲੇ ਆ। ਨੰਬਰ 1 ਤਾਂ ਇਹ ਚੀਜ਼ ਬਦਲੇਗੀ ਕਿ ਜਿਹੜਾ ਵਜ਼ਾਰਤੀ ਰੱਦੋ ਬਦਲ ਹੈ, ਜਿੱਦਾਂ ਪਹਿਲਾਂ ਸੋਚਿਆ ਗਿਆ ਸੀ ਸ਼ਾਇਦ ਉੱਦਾਂ ਦਾ ਉਹ ਰੱਦੋ ਬਦਲ ਨਾ ਹੋਵੇ।
ਫਿਰ ਸ਼ਾਇਦ ਜਿਹੜਾ ਹਿੰਦੂ ਭਾਈਚਾਰਾ ਆ, ਹਿੰਦੂ ਕਮਿਊਨਿਟੀ ਹੈ ਜਿਹੜੀ, ਉਹਦੇ ਵੋਟ ਬੈਂਕ ਨੂੰ ਧਿਆਨ 'ਚ ਰੱਖਦਿਆਂ ਵਜ਼ਾਰਤੀ ਰੱਦੋ-ਬਦਲ ਦੇ ਵਿੱਚ ਕੁਝ ਉਸ ਤਰ੍ਹਾਂ ਦੀਆਂ ਚੇਂਜਿਸ ਹੋਣਗੀਆਂ। ਦੂਜੀ ਗੱਲ, ਕਾਂਗਰਸ ਪਾਰਟੀ ਦਾ ਹੇਠਾਂ ਤੱਕ ਜਿਹੜਾ ਸੰਗਠਨ ਹੈ ਉਹਦੇ 'ਚ ਵੀ ਕੁਝ ਤਬਦੀਲੀਆਂ ਹੋਰ ਸੰਭਵ ਹੈਗੀਆਂ। ਤੀਜੀ ਗੱਲ, ਜਿਹੜਾ ਸਭ ਤੋਂ ਵੱਡਾ ਚੁਣੌਤੀ ਵਾਲਾ ਮਸਲਾ ਹੋਏਗਾ ਵੀ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਕਿਵੇਂ ਇਹ 4-6 ਮਹੀਨੇ ਜਿਹੜੇ ਆ ਇਲੈਕਸ਼ਨ ਦੇ ਇੱਕ ਦੂਜੇ ਨਾਲ ਤਾਲਮੇਲ ਬਣਾ ਕੇ ਚੱਲਣਗੇ, ਕਿਉਂਕਿ ਦੂਰੀਆਂ ਤਾਂ ਬਹੁਤ ਜ਼ਿਆਦਾ ਵੱਧ ਚੁੱਕੀਆਂ, ਇੱਕ ਦੂਜੇ ਨੂੰ ਬਰਦਾਸ਼ਤ ਕਰਨ ਦੀ ਜਿਹੜੀ ਹੱਦ ਰਹੀ ਨਹੀਂ, ਤੇ ਇਸ ਕਰਕੇ ਦਿੱਕਤ ਤਾਂ ਰਹੇਗੀ। ਤੇ ਸਭ ਤੋਂ ਵੱਡੀ ਚੁਣੌਤੀ ਰਹੇਗੀ ਖੁਦ ਨਵਜੋਤ ਸਿੰਘ ਸਿੱਧੂ ਲਈ, ਵੀ ਜੇ ਉਹ ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਬਣਾਏ ਗਏ ਨੇ ਤਾਂ ਜਿਹੜਾ ਇੱਕ ਰੋਡ ਮੈਪ ਜਾਂ ਜਿਹੜਾ ਇੱਕ ਪੰਜਾਬ ਪਲਾਨ ਉਹ ਦੇ ਰਹੇ ਸੀ, ਉਹਨੂੰ ਕਿੱਦਾਂ ਉਹ ਹੁਣ ਲੋਕਾਂ ਤੱਕ ਲੈ ਕੇ ਜਾਣਗੇ। ਕੀ ਉਹਨਾਂ ਦਾ ਪੰਜਾਬ ਪਲਾਨ ਤੇ ਆਉਂਦੀਆਂ ਚੋਣਾਂ ਦੇ ਵਿੱਚ ਕੈਪਟਨ ਅਮਰਿੰਦਰ ਦੀ ਅਗਵਾਈ ਜਿਹੜੀਆਂ ਲੜੀਆਂ ਜਾਣੀਆਂ, ਉਹਨਾਂ ਚੋਣਾਂ 'ਚ ਜਿਹੜਾ ਇੱਕ ਇਲੈਕਸ਼ਨ ਮੈਨੀਫੈਸਟੋ ਬਣਨਾ, ਉਹਦੇ 'ਚ ਕੋਈ ਤਾਲਮੇਲ ਹੋਏਗਾ, ਤੇ ਲੋਕਾਂ ਤੱਕ ਉਹ ਗੱਲ ਕਿੱਦਾਂ ਲੈ ਕੇ ਜਾਣਗੇ। ਕਿਉਂਕਿ ਉਹ ਤਾਂ ਇੱਕ ਇਸ ਢੰਗ ਨਾਲ ਗੱਲ ਪੇਸ਼ ਕਰ ਰਹੇ ਸੀ ਕਿ ਮੈਂ ਆ ਚਾਹੁੰਦਾ ਤੇ ਮੈਂ ਕਰਦਾ, ਤਾਂ ਫਿਰ ਉਹ ਕਰਤਾ ਹੋਣਾ ਨਹੀਂ ਉਹ ਕੁਝ। ਜੇ ਇਸ ਸਿਸਟਮ ਦੇ ਵਿੱਚ ਰਹਿ ਕੇ ਐਜ਼ ਏ ਪ੍ਰੈਜ਼ੀਡੈਂਟ ਉਹ ਕੰਮ ਹੁਣ ਕਰਨਗੇ, ਉਸ ਸਿਸਟਮ ਦੇ ਖਿਲਾਫ ਤਾਂ ਬੋਲਦੇ ਰਹੇ ਆ, ਤੇ ਹੁਣ ਉਸੇ ਸਿਸਟਮ 'ਚ ਰਹਿ ਕੇ ਕੰਮ ਕਰਨਾ ਪੈਣਾ। ਸੋ ਬਹੁਤ ਸਾਰੇ ਚੈਲੰਜ ਨਵੇਂ ਆਉਣੇ ਆ, ਪਰ ਕਿਉਂਕਿ ਚਲੰਤ ਕਿਸਮ ਦੀ ਸਿਆਸਤ ਦੇ ਵਿੱਚ ਅੱਜ ਕੱਲ੍ਹ ਆਪਾਂ ਦੇਖਿਆ ਹੀ ਹੈ ਵੀ ਸਵੇਰ ਦੀ ਕਹੀ ਹੋਈ ਗੱਲ ਦੁਪਹਿਰ ਨੂੰ ਰੱਦ ਹੋ ਜਾਂਦੀ ਹੈ। ਸੋ ਦੇਖਦੇ ਹਾਂ ਕਿ ਇਸ ਰੁੱਖ ਸਾਰੀਆਂ ਚੀਜ਼ਾਂ ਬੈਠਦੀਆਂ ਜੀ। ਕੁੱਲ ਮਿਲਾ ਕੇ ਦਸਾਂਝ ਸਾਹਿਬ ਕੀ ਲੱਗਦਾ ਹੈ, ਪਹਿਲਾਂ ਇਹ ਤਾਂ ਗੱਲ ਸਪਸ਼ਟ ਹੀ ਆ ਕਿ ਜਿਵੇਂ ਲੋਕ ਕਹਿੰਦੇ ਆ ਕਿ ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਪੈਂਦੀਆਂ, ਔਰ ਦੋਨੇ ਹੀ ਲੀਡਰ ਜਿਹੜੇ ਆ ਦੋਨਾਂ ਦਾ ਹੀ ਨਾਂ ਵੱਡਾ ਆ, ਪਰ ਥੱਲੇ ਵਰਕਰ ਲੈਵਲ ਤੇ ਇਹਨਾਂ ਦਾ ਬੇਸ ਕੋਈ ਜ਼ਿਆਦਾ ਨਹੀਂ ਆ। ਖਾਸ ਕਰਕੇ ਸਿੱਧੂ ਸਾਹਿਬ ਦਾ ਤਾਂ ਬਿਲਕੁਲ ਨਹੀਂ ਹੈ, ਔਰ ਕੈਪਟਨ ਸਾਹਿਬ ਵੀ ਕਿਹੜਾ ਕਿਸੇ ਨੂੰ ਮਿਲਦੇ ਆ, ਉਹ ਤੇ ਆਪਣੇ ਐਮਐਲਏ ਤੇ ਮੰਤਰੀਆਂ ਨੂੰ ਵੀ ਨਹੀਂ ਮਿਲਦੇ, ਕਹਿੰਦੇ ਆ ਟਾਈਮ ਨਹੀਂ ਦਿੰਦੇ। ਤੇ ਇਹ ਲੋਕ ਜੇ ਪੰਜਾਬ ਦੀ ਬਿਹਤਰੀ ਲਈ ਕੋਈ ਰਲ ਕੇ ਵੀ ਕੰਮ ਕਰਨਾ ਮੰਨ ਲਓ ਕਰ ਲੈਣ, ਮੈਨੂੰ ਤਾਂ ਪਹਿਲੀ ਗੱਲ ਤਾਂ ਲੱਗਦਾ ਨਹੀਂ ਕਿ ਇਕੱਠੇ ਹੋਣਗੇ। ਜਿਵੇਂ ਤੁਸੀਂ ਵੀ ਕਹਿ ਰਹੇ ਹੋ ਜਿੰਨੇ ਇਹਨਾਂ ਦੇ ਵਿੱਚ ਮਤਭੇਦ ਨੇ, ਇਹ ਜ਼ਰੂਰੀ ਲੱਗ ਰਿਹਾ ਹੈ ਕਿ ਇਹਨਾਂ ਦਾ ਬਹੁਤ ਛੇਤੀ ਹੀ ਇਹ ਪਟਾਕਾ ਫੇਰ ਪੈ ਜਾਣਾ। ਪਰ ਇਹਦਾ ਕਾਂਗਰਸ ਨੇ ਕੀ ਤੋਲ ਤਕਾਂਤ ਕਰਕੇ ਫੈਸਲਾ ਲਿਆ ਹੋਏਗਾ ਵੀ ਜੇ ਕੈਪਟਨ ਸਾਹਿਬ ਵਜਿਦ ਨੇ ਕਿ ਬਣਾਉਣਾ ਹੀ ਨਹੀਂ ਸਿੱਧੂ ਨੂੰ, ਮਹੀਨਾ ਪਹਿਲਾਂ ਉਹ ਕਹਿ ਰਹੇ ਆ ਕਿ ਦਰਵਾਜ਼ੇ ਹੀ ਸਾਰੇ ਬੰਦ ਕਰਤੇ ਆ, ਚੈਲੰਜ ਕਰਦੇ ਇੱਕ ਦੂਜੇ ਨੂੰ ਕਿ ਪਟਿਆਲੇ ਆ ਕੇ ਇਲੈਕਸ਼ਨ ਲੜ ਲਓ। ਇਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਦੋਵਾਂ ਲੀਡਰਾਂ ਦਾ ਇਕੱਠੇ ਚੱਲਣਾ ਤੇ ਨਾਮੁਮਕਿਨ ਹੈ, ਪਰ ਕਾਂਗਰਸ ਨੂੰ ਕੀ ਬੈਨੀਫਿਟ ਹੋਏਗਾ ਆਉਣ ਵਾਲੀ ਇਲੈਕਸ਼ਨ 'ਚ ਦਾ? ਦੇਖੋ, ਜਿਹੜੀ ਇੱਦਾਂ ਹੈ ਨਾ ਜੀ ਗੱਲ, ਇਹਦੇ 'ਚ ਮੈਨੂੰ ਲੱਗਦਾ ਵੀ ਪ੍ਰਸ਼ਾਂਤ ਕਿਸ਼ੋਰ ਦੀ ਵੀ ਬੜੀ ਵੱਡੀ ਭੂਮਿਕਾ ਹੈ। ਵੀ ਇਹ ਸਾਰਾ ਤਾਲਮੇਲ ਕਰਵਾਉਣ ਦੇ ਵਿੱਚ ਜਿਹੜੀ ਲਾਸਟ ਮੀਟਿੰਗ ਹੋਈ ਆ ਪ੍ਰਸ਼ਾਂਤ ਕਿਸ਼ੋਰ ਦੀ, ਸੋਨੀਆ ਗਾਂਧੀ ਵੀ ਉਸ ਮੀਟਿੰਗ 'ਚ ਹਾਜ਼ਰ ਸੀਗੇ, ਤੇ ਭਾਵੇਂ ਆਨਲਾਈਨ ਹੀ ਸੀਗੇ, ਤੇ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ। ਉਹਦੇ 'ਚ 4 ਘੰਟੇ ਤੱਕ ਜਿਹੜੀ ਮੀਟਿੰਗ ਹੋਈ, ਉਹ 'ਚ 2024 ਵੀ ਉਹਨਾਂ ਨੇ ਡਿਸਕਸ ਕੀਤਾ ਆ, ਜਿਹੜੀ ਗੱਲ ਆਪਾਂ ਸ਼ਾਇਦ ਕੱਲ੍ਹ ਕੀਤੀ ਸੀ ਵੀ ਪ੍ਰਸ਼ਾਂਤ ਕਿਸ਼ੋਰ ਸ਼ਾਇਦ ਕਾਂਗਰਸ ਪਾਰਟੀ ਨੂੰ ਵੀ ਜੁਆਇਨ ਕਰ ਸਕਦੇ ਆ। ਉਹਦੇ 'ਚ ਪੰਜਾਬ ਬਾਰੇ ਵੀ ਚਰਚਾ ਹੋਈ ਹੈ, ਪੰਜਾਬ ਦੀ ਕਾਂਗਰਸ ਪਾਰਟੀ ਨੂੰ ਕਿੱਦਾਂ ਫਿਰ ਤੋਂ ਜਿਹੜਾ ਆ ਉਹ ਇੱਕ ਕਿਸਮ ਦਾ ਇਕੱਠਿਆਂ ਹੁੰਦਾ ਦਿਖਾਉਣਾ ਆ, ਤੇ ਕਿਵੇਂ ਚੋਣਾਂ ਦੇ ਵਿੱਚ ਜਾਣਾ ਹੈ। ਜਿਹਦੇ ਵਿੱਚ ਇਹ ਗੱਲ ਵੀ ਆਈ ਹੈ ਕਿ 12 ਦੇ ਕਰੀਬ ਜਿਹੜੇ ਐਮਐਲਏ ਆ, ਉਹਨਾਂ ਦੀ ਕਾਰਗੁਜ਼ਾਰੀ ਜਿਹੜੀ ਉਹ ਆਪਣੇ ਹਲਕੇ ਦੇ ਵਿੱਚ ਠੀਕ ਨਹੀਂ ਹੈ, ਲੋਕਾਂ 'ਚ ਉਹਨਾਂ ਦੇ ਪ੍ਰਤੀ ਨਾਪਸੰਦਗੀ ਆ, ਉਹ ਬਦਲੇ ਜਾ ਸਕਦੇ, ਉਹਨਾਂ ਨੂੰ ਟਿਕਟਾਂ ਸ਼ਾਇਦ ਨਾ ਮਿਲਣ। ਤੇ ਪਰ ਜਿਹੜਾ ਇਹ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਦਾ ਮਾਮਲਾ ਵੀ ਵਿਚਾਰਿਆ ਗਿਆ, ਤੇ ਉਹਦੇ 'ਚ ਇਹ ਗੱਲ ਸ਼ਾਇਦ ਸਾਹਮਣੇ ਆਈ ਹੈ ਕਿ ਜਿਹੜੇ ਇਲੈਕਸ਼ਨ ਦਾ ਸਮਾਂ ਆ, ਘੱਟੋ ਘੱਟ ਇਸ ਸਮੇਂ ਦੇ ਦੌਰਾਨ ਇਹਨਾਂ ਦਾ ਇਸ ਢੰਗ ਨਾਲ ਪੈਚਅਪ ਕਰਵਾ ਦਿੱਤਾ ਜਾਏ ਵੀ ਘੱਟੋ ਘੱਟ ਲੋਕਾਂ 'ਚ ਨਾ ਜਾਵੇ ਕਿ ਵੀ ਹੁਣ ਕਾਂਗਰਸ ਵੰਡੀ ਗਈ ਹੈ। ਨਹੀਂ ਤਾਂ ਬਹੁਤ ਤਿੱਖੀ ਵੰਡ ਦਿਖਾਈ ਦੇ ਰਹੀ ਸੀ ਪਿਛਲੇ ਕੋਈ 10-5 ਦਿਨ ਪਹਿਲਾਂ ਤੋਂ, ਵੀ ਈਵਨ ਪੰਜਾਬ ਦੀ ਜਿਹੜੀ ਵਜ਼ਾਰਤ ਹੈ ਜਾਂ ਪੰਜਾਬ ਦੇ ਜਿਹੜੇ ਮੰਤਰੀ ਆ, ਉਹਨਾਂ ਵਿੱਚੋਂ ਵੀ ਬਹੁਤ ਸਾਰੇ ਲੋਕ ਜਿਹੜੇ ਕੈਪਟਨ ਅਮਰਿੰਦਰ ਦੇ ਖਿਲਾਫ ਬੋਲ ਰਹੇ ਸੀ। ਪ੍ਰਤਾਪ ਸਿੰਘ ਬਾਜਵਾ ਵੱਖਰਾ ਹਮਲਾ ਕਰ ਰਹੇ ਸੀ, ਸ਼ਮਸ਼ੇਰ ਸਿੰਘ ਦੂਲੋਂ ਵੱਖਰਾ ਬੋਲ ਰਹੇ ਸੀ, ਨਵਜੋਤ ਸਿੱਧੂ ਤਾਂ ਲੱਗੇ ਹੋਏ ਸੀ, ਪਰ ਉਹ ਸਾਰੇ ਇੱਕ ਧੜੇ 'ਚ ਨਹੀਂ ਸੀ। ਪਰ ਉਹ ਸਾਰਾ ਕੁਝ ਦੇਖ ਕੇ ਜ਼ਰੂਰ ਲੱਗਦਾ ਸੀ ਕਿ ਕਾਂਗਰਸ ਜਿਹੜੀ ਹੈ ਇਹਦੇ 'ਚ ਬੜੀ ਤਿੱਖੀ ਵੰਡ ਹੋ ਜਾਣੀ ਹੈ, ਟੁੱਟ ਵੀ ਸਕਦੀ ਹੈ। ਇੱਦਾਂ ਦਾ ਸੀਨ ਜਿਹੜਾ ਕ੍ਰੀਏਟ ਹੋ ਰਿਹਾ ਸੀ, ਉਹਨੂੰ ਸਮੇਟ ਲਿਆ ਗਿਆ ਸ਼ਾਇਦ।
ਤੇ ਇਹਦੇ 'ਚ ਮੈਨੂੰ ਲੱਗਦਾ ਹੈ ਕਿ ਜਿੱਥੇ ਪ੍ਰਸ਼ਾਂਤ ਕਿਸ਼ੋਰ ਦਾ ਦਖਲ ਹੈ, ਉੱਥੇ ਕੈਪਟਨ ਅਮਰਿੰਦਰ ਦੀ ਵੀ ਜਿਹੜੀ ਇੱਕ ਉਹਦਾ ਪੋਲੀਟੀਸ਼ੀਅਨ ਕਿੱਦਾਂ ਦੇ ਆਪਾਂ ਨੂੰ ਪਤਾ ਹੈ, ਲੋਕਾਂ 'ਚ ਨਹੀਂ ਜਾਣਦੇ ਉਹਨਾਂ ਦੀ ਕਾਰਜਸ਼ੈਲੀ ਜਿਸ ਕਿਸਮ ਦੀ, ਉਹਦੀ ਆਪਾਂ ਅਕਸਰ ਚਰਚਾ ਕਰਦੇ ਹਾਂ। ਰਾਜਾਸ਼ਾਹੀ ਹੈ, ਜਿੱਦਾਂ ਮਹਾਰਾਜੇ ਬਿਹੇਵ ਕਰਦੇ ਉੱਦਾਂ ਹੀ ਆ, ਆਪਣੇ ਮੰਤਰੀਆਂ ਨੂੰ ਵੀ ਨਹੀਂ ਮਿਲਦੇ, ਆਪਣੇ ਐਮਐਲਏਜ਼ ਨੂੰ ਵੀ ਨਹੀਂ ਮਿਲਦੇ। ਪਰ ਉਹਦਾ ਰੂਟੀਨ 'ਚ ਜੇ ਦੇਖੀਏ ਤਾਂ ਇੱਕ ਮੈਚਿਓਰ ਪੋਲੀਟੀਸ਼ੀਅਨ ਦੇ ਤੌਰ ਦੇ ਉੱਤੇ ਉਹਨਾਂ ਨੇ ਇਹਨਾਂ ਦਿਨਾਂ 'ਚ ਬਿਹੇਵ ਕੀਤਾ ਵੀ ਇੱਕ ਕਦਮ ਪਿੱਛੇ ਫੁੱਟ ਲਓ, ਕੋਈ ਗੱਲ ਨਹੀਂ, ਉਸ ਤੋਂ ਬਾਅਦ 2 ਕਦਮ ਅੱਗੇ ਲਏ ਜਾ ਸਕਦੇ ਆ। ਇਸੇ ਕਰਕੇ ਉਹਨਾਂ ਨੇ ਜਿਹੜੀ ਇਹ ਗੱਲ ਸੀ ਮੈਂ ਦਰਵਾਜ਼ੇ ਬੰਦ ਕਰ ਦਿੱਤੇ ਆ, ਉਹ ਤੋਂ ਵਾਪਸ ਆਏ ਨੇ ਤੇ ਸਹਿਮਤੀ ਦਿੱਤੀ ਹੈ ਕਿ ਠੀਕ ਹੈ, ਜੋ ਤੁਸੀਂ ਕਰਨਾ ਕਰ ਲਓ। ਤੇ ਇਸੇ ਕਰਕੇ ਸੁਖਪਾਲ ਸਿੰਘ ਖਹਿਰਾ ਵਰਗਾ ਬੰਦਾ ਜਿਹੜਾ ਬਹੁਤ ਕੱਟੜ ਕਿਸਮ ਦਾ ਆਲੋਚਕ ਬਣ ਗਿਆ ਸੀ ਕੈਪਟਨ ਅਮਰਿੰਦਰ ਦਾ, ਭਾਸ਼ਾ ਦੇ ਪੱਧਰ ਤੇ ਜਾ ਕੇ ਵੀ ਜਦੋਂ ਨੁਕਤਾਚੀਨੀ ਕਰਦਾ ਸੀ ਕੈਪਟਨ ਅਮਰਿੰਦਰ ਦੀ, ਤਾਂ ਉਹ ਭਾਸ਼ਾ ਦੀ ਮਰਿਆਦਾ ਵੀ ਉਲੰਘ ਜਾਂਦਾ ਸੀ। ਉਸ ਸੁਖਪਾਲ ਸਿੰਘ ਖਹਿਰੇ ਨੂੰ ਵੀ ਆਪਣੇ ਗਲ ਲਾਇਆ ਕੈਪਟਨ ਅਮਰਿੰਦਰ ਨੇ। ਸੋ ਉਹ ਕਾਫੀ ਮੈਚਿਓਰ ਬਿਹੇਵ ਕੀਤਾ ਉਹਨਾਂ ਨੇ, ਜਿੱਦਾਂ ਦਾ ਇੱਕ ਚਤਰ ਕਿਸਮ ਦਾ, ਚਲਾਕ ਕਿਸਮ ਦੇ ਪੋਲੀਟੀਸ਼ੀਅਨ ਦਾ ਹੁੰਦਾ ਹੈ। ਮਤਲਬ ਉਹ ਕੋਈ ਲੋਕ ਹਿੱਤੂ ਪੋਲੀਟਿਕਸ ਨਹੀਂ ਹੈ, ਪਰ ਇੱਕ ਚਤਰ ਜਿਹੜਾ ਇੱਕ ਪੋਲੀਟੀਸ਼ੀਅਨ ਹੁੰਦਾ, ਉੱਦਾਂ ਦਾ ਬਿਹੇਵ ਉਹਨਾਂ ਨੇ ਕੀਤਾ ਹੈ। ਸੋ ਸ਼ਾਇਦ ਫਿਰ ਤੋਂ ਜੱਫੀਆਂ ਪੈ ਸਕਦੀਆਂ ਇਹਨਾਂ ਦੀਆਂ, ਜਦੋਂ ਫਿਰ ਤੋਂ ਅਨਾਊਂਸਮੈਂਟ ਹੋਏਗੀ ਤੇ ਫਿਰ ਤੋਂ ਜਾਲੀ ਮੁਸਕਰਾਹਟ ਇਹਨਾਂ ਦੋਵਾਂ ਦੇ ਚਿਹਰਿਆਂ ਤੇ ਆਪਾਂ ਦੇਖ ਸਕਦੇ ਹਾਂ। ਪਰ ਉਹ ਇੰਪਲੀਮੈਂਟ ਕਿੱਦਾਂ ਹੋਏਗੀ, ਉਹ ਸਾਰੀ ਜਿਹੜਾ ਤਾਲਮੇਲ ਜਿਹੜਾ ਹੈ ਉਹਨੂੰ ਕਿੱਦਾਂ ਅਪਲਾਈ ਕੀਤਾ ਜਾਏਗਾ ਪੰਜਾਬ ਦੀ ਜਨਤਾ ਕੋਲ ਜਾਣ ਵੇਲੇ, ਉਹ ਸਾਰੇ ਇਸ਼ੂਜ਼ ਜਿਹੜੇ ਆ ਕਿੱਦਾਂ ਉਹ ਲੈ ਕੇ ਜਾਇਆ ਕਰਨਗੇ ਲੋਕਾਂ ਦੇ ਕੋਲ। ਸਪੈਸ਼ਲੀ ਨਵਜੋਤ ਸਿੰਘ ਸਿੱਧੂ ਸਾਹਮਣੇ ਵੱਡੇ ਚੈਲੰਜ ਹੈ ਵੀ ਜਿਸ ਸਰਕਾਰ ਤੇ, ਜਿਸ ਮੁੱਖ ਮੰਤਰੀ ਤੇ ਉਹਨਾਂ ਨੇ ਬਹੁਤ ਉਂਗਲਾਂ ਉਠਾਈਆਂ ਸੀ, ਉਸੇ ਮੁੱਖ ਮੰਤਰੀ ਨੂੰ ਐਜ਼ ਏ ਮੁੱਖ ਮੰਤਰੀ ਅਗਲਾ ਕਿੱਦਾਂ ਉਹ ਪੇਸ਼ ਕਰਿਆ ਕਰਨਗੇ। ਸੋ ਕਾਫੀ ਸਥਿਤੀ ਜਿਹੜੀ ਆ ਹਾਸੋਹੀਣੀ ਵੀ ਬਣੇਗੀ ਤੇ ਕਾਫੀ ਮੁਸ਼ਕਲ ਚੈਲੰਜ ਭਰੀ ਵੀ ਬਣੇਗੀ। ਹਾਸੋਹੀਣੀ ਤਾਂ ਦਸਾਂਝ ਸਾਹਿਬ ਪਹਿਲਾਂ ਹੀ ਬਣੀ ਹੋਈ ਆ, ਜਿਹਦਾ ਤੁਸੀਂ ਜ਼ਿਕਰ ਕੀਤਾ ਸੁਖਪਾਲ ਖਹਿਰਾ ਹਰਾਂ ਦਾ। ਉਹ ਵੀ ਬੜੇ ਵੱਡੇ ਦਮਗਜ਼ੇ ਮਾਰਨ ਵਾਲੇ ਨੇਤਾ ਸੀਗੇ ਕਿ ਮੈਂ ਪੰਜਾਬ ਦੀ ਬਿਹਤਰੀ ਦੀ ਆਪਣੀ ਜਾਨ ਕੁਰਬਾਨ ਕਰ ਦੇਵਾਂਗਾ, ਮੈਂ ਰੇਤ ਮਾਫੀਆ ਖਤਮ ਕਰ ਦੇਵਾਂਗਾ, ਔਰ ਉਹ ਸਟੈਂਡ ਲੈਂਦੇ ਵੀ ਰਹੇ, ਇਹੋ ਕੁਝ ਕਰਦੇ ਰਹੇ ਨੇ ਸਿੱਧੂ ਸਾਹਿਬ। ਤੇ ਜਦੋਂ ਉਹਨਾਂ ਚੀਜ਼ਾਂ ਨੂੰ ਹਕੀਕਤ 'ਚ ਬਦਲਣ ਦਾ ਸਮਾਂ ਆਉਂਦਾ ਹੈ ਤੇ ਫਿਰ ਉਹਨਾਂ ਨੂੰ ਆਪਣੇ ਇੰਟਰਸਟ ਜਿਹੜੇ ਆ ਉਹ ਸਾਹਮਣੇ ਦਿਖਦੇ ਆ ਤੇ ਪੰਜਾਬ ਦੇ ਹਿੱਤ ਜਿਹੜੇ ਆ ਉਹ ਨਹੀਂ ਦਿਖਦੇ। ਸੋ ਇਹ ਦੋਨੇ ਹੀ ਲੀਡਰ ਜਿਹੜੇ ਨੇ ਫਿਰ ਲੋਕ ਮਨਾਂ 'ਚ ਉਹ ਥਾਂ, ਖਹਿਰਾ ਸਾਹਿਬ ਤੇ ਮੈਨੂੰ ਲੱਗਦਾ ਕਿ ਐਮਐਲਏ ਵੀ ਚੁਣੇ ਜਾਣ ਤੇ ਬੜੀ ਵੱਡੀ ਗੱਲ ਹੋਊਗੀ। ਉਹਨਾਂ ਦੀ ਹਸੀਅਤ ਹੁਣ ਪੰਜਾਬੀਆਂ ਦੇ ਮਨਾਂ 'ਚ ਜ਼ੀਰੋ ਹੋ ਗਈ ਆ, ਸਿਫਰ ਹੋ ਕੇ ਰਹਿ ਗਏ ਨੇ। ਉਹ ਜਿੰਨਾ ਵੱਡਾ ਕੱਦ ਕਾਠ ਉਹ ਆਪਣਾ ਦੱਸ ਰਹੇ ਸੀ, ਜਾਂ ਘੱਟੋ ਘੱਟ ਐਨਆਰਆਈ ਲੋਕਾਂ ਨੂੰ ਭਰਮ ਸੀ ਉਹਨਾਂ ਬਾਰੇ, ਜਦੋਂ ਕੇਜਰੀਵਾਲ ਰਾਂ ਨੇ ਮਾਫੀ ਮੰਗੀ ਆ ਤੇ ਕਾਫੀ ਸਾਰੇ ਲੋਕ ਇਹ ਸਮਝਣ ਲੱਗੇ ਸੀ ਕਿ ਖਹਿਰਾ ਹਰਾਂ ਦਾ ਸਟੈਂਡ ਸਹੀ ਆ। ਔਰ ਖਾਸ ਕਰਕੇ ਜਦੋਂ ਕੰਵਰ ਸੰਧੂ ਉਹਨਾਂ ਨਾਲ ਥੋੜੀ ਸਪੋਰਟ ਕਰਦੇ ਸੀ ਜਿੰਨਾ ਚਿਰ, ਤੇ ਮੈਨੂੰ ਤਾਂ ਲੱਗਦਾ ਹੈ ਕਿ ਵੱਡੇ ਪੱਤਰਕਾਰ ਵੀ, ਕੰਵਰ ਸੰਧੂ ਵਰਗੇ ਬੰਦੇ ਵੀ ਸਿਆਸਤ ਦੀ ਦਲਦਲ 'ਚ ਆ ਕੇ ਕੋਈ ਵੀ ਸਾਫ਼ ਸੁਥਰਾ ਮੈਨੂੰ ਨਹੀਂ ਲੱਗਦਾ ਰਹਿ ਸਕਦਾ ਹੋਵੇ। ਸਟੈਂਡ ਤੇ ਉਹਨਾਂ ਦਾ ਵੀ ਕੋਈ ਨਾ ਰਿਹਾ ਕਿਤੇ, ਸਾਰਿਆਂ ਦਾ ਹਾਲਾਤ ਇੱਕੋ ਜਿਹੇ ਬਣ ਰਹੇ ਆ। ਔਰ ਦੂਜਾ ਵੱਡਾ ਸਵਾਲ ਜਿਹੜਾ ਮੈਂ ਅੱਜ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦਾ ਹਾਂ ਕਿ ਇੱਕ ਇਲੈਕਸ਼ਨ ਮੈਨੇਜਰ ਤੇ ਪ੍ਰਸ਼ਾਂਤ ਕਿਸ਼ੋਰ ਹੋ ਸਕਦਾ ਸਫਲ ਹੋਵੇ, ਤੇ ਕੀ ਹੁਣ ਇਹ ਜਿਨ੍ਹਾਂ ਨੂੰ ਤੁਸੀਂ ਚਤਰ ਸਿਆਸਤਦਾਨ ਕਹਿ ਰਹੇ ਹੋ, ਇਹਨਾਂ ਨੂੰ ਵੀ ਸਿਆਸਤ ਸਿਖਾਉਣ ਲਈ ਵੀ ਉਹਦੀ ਲੋੜ ਪੈ ਗਈ ਪੀਕੇ ਦੀ? ਦੇਖੋ, ਇਹ ਮੈਂ ਬੜਾ ਸਪਸ਼ਟ ਇਸ ਮਾਮਲੇ ਦੇ ਵਿੱਚ ਮੈਂ ਸਮਝਦਾ ਵੀ ਪ੍ਰਸ਼ਾਂਤ ਕਿਸ਼ੋਰ ਵਰਗੇ ਲੋਕਾਂ ਦਾ ਉਦੈ ਹੋਣਾ, ਭਾਰਤੀ ਸਿਆਸਤ ਨੂੰ ਕੰਟਰੋਲ ਕਰਨ ਦੀ ਜਿਹੜੀ ਮਹਾਰਤ ਜਾਂ ਇਲੈਕਸ਼ਨ ਪੋਲਿਟਿਕਸ ਨੂੰ ਮਹਾਰਤ ਜਿਹੜੀ ਉਹਨਾਂ ਦੇ ਕੋਲ ਹੈ, ਜਿਹੜੀ ਸਕਿੱਲ ਹੈ, ਤੇ ਉਹਨਾਂ ਦਾ ਵੱਖ-ਵੱਖ ਪਾਰਟੀਆਂ ਦੀ ਲੋੜ ਬਣ ਜਾਣਾ, ਇਹ ਆਪਣੇ ਆਪ ਦੇ ਵਿੱਚ ਸਾਡੀਆਂ ਸਿਆਸੀ ਪਾਰਟੀਆਂ ਦੀਆਂ ਨਾਕਾਮੀਆਂ ਦਾ ਪ੍ਰਮਾਣ ਹੈ ਵੀ ਹਾਂ, ਤੁਸੀਂ, ਇਹਦਾ ਮਤਲਬ ਹੈ ਤੁਸੀਂ ਫੇਲ ਹੋ ਚੁੱਕੇ ਹੋ, ਤੁਹਾਨੂੰ ਆਪਣੇ ਆਪ ਤੇ ਯਕੀਨ ਨਹੀਂ ਹੈ। ਪ੍ਰਸ਼ਾਂਤ ਕਿਸ਼ੋਰ ਵਰਗਾ ਬੰਦਾ ਜਿਹਦੀ ਆਪਣੀ ਕੋਈ ਪੋਲੀਟੀਕਲ ਆਈਡੀਓਲੋਜੀ ਨਹੀਂ ਹੈ, ਉਹ ਸਿਰਫ ਚੋਣ ਰਣਨੀਤੀਕਾਰ ਹੈ, ਉਹ ਸਿਰਫ ਇਲੈਕਸ਼ਨ ਸਟ੍ਰੈਟਜੀ ਜਿਹੜੇ ਕਰਨ ਵਾਲਾ ਬੰਦਾ ਆ, ਤੇ ਉਹਦਾ ਵੱਖ-ਵੱਖ ਥਾਵਾਂ ਦੇ ਉੱਤੇ ਜਾਣਾ, ਤੇ ਪਹਿਲਾਂ 2014 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੱਤਾ ਜਿਹੜੀ ਹਾਸਲ ਉਹਨੂੰ ਹੋਈ ਹੈ, ਉਹ ਸੱਤਾ ਹਾਸਲ ਕਰਵਾਉਣ ਦੇ ਵਿੱਚ ਪਿੱਛੋਂ ਉਹਨਾਂ ਦੀ ਰਣਨੀਤੀ ਘੜਨਾ, ਫਿਰ ਵੱਖ-ਵੱਖ ਖੇਤਰੀ ਪਾਰਟੀਆਂ ਦੀਆਂ ਚੋਣ ਰਣਨੀਤੀਆਂ ਨੂੰ ਘੜਨਾ, ਉਹਨਾਂ ਨੂੰ ਜਿਤਾਉਣਾ, ਫਿਰ ਜਨਤਾ ਦਲ ਯੂਨਾਈਟਿਡ ਦੇ ਵਿੱਚ ਸ਼ਾਮਲ ਹੋ ਜਾਣਾ। ਮਤਲਬ ਐਜ਼ ਏ ਪੋਲੀਟੀਸ਼ੀਅਨ ਜਿਹੜਾ ਉਹਨਾਂ ਦਾ ਕਰੀਅਰ ਜਿਹੜਾ ਉਹ ਜਨਤਾ ਦਲ ਯੂਨਾਈਟਿਡ ਤੋਂ ਸ਼ੁਰੂ ਹੁੰਦਾ, ਵਾਈਸ ਪ੍ਰੈਜ਼ੀਡੈਂਟ ਉਹਨੂੰ ਬਣਾਇਆ ਗਿਆ ਜਨਤਾ ਦਲ ਯੂਨਾਈਟਿਡ ਦਾ, ਪਰ ਉੱਥੋਂ ਛੱਡ ਕੇ ਫਿਰ ਤੋਂ ਚੋਣ ਰਣਨੀਤੀ ਬਣਾਉਣਾ, ਕਾਂਗਰਸ ਪਾਰਟੀ ਨੇ ਕੰਮ ਕਰਨਾ, ਫਿਰ ਮਮਤਾ ਬੈਨਰਜੀ ਨੂੰ ਜਿਤਾਉਣਾ,
ਤੇ ਇਹਦਾ ਮਤਲਬ ਹੈ ਕਿ ਉਹਨਾਂ ਦੀ ਪੋਲੀਟੀਕਲ ਆਈਡੀਓਲੋਜੀ ਦਾ ਕੋਈ ਨਹੀਂ ਹੈ। ਹੁਣ ਉਹ ਕਾਂਗਰਸ ਲਈ ਕੰਮ ਕਰ ਰਹੇ ਸੀ, ਪਹਿਲਾਂ ਮਮਤਾ ਬੈਨਰਜੀ ਲਈ ਕਰਦੇ ਹਟੇ ਆ। ਕੈਪਟਨ ਅਮਰਿੰਦਰ ਨੇ ਉਹਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ। ਤੇ ਹੁਣ ਪੰਜਾਬ ਦੀ ਜਿਹੜੀ ਆ ਕਾਂਗਰਸ ਪਾਰਟੀ ਦੀ ਜਿਹੜੀ ਚੋਣ ਰਣਨੀਤੀ ਉਹਨਾਂ ਨੇ ਘੜਨੀ ਹੈ, ਤੇ ਹੁਣ ਇਹ ਖਬਰ ਆ ਗਈ ਵੀ ਉਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਵੀ ਹੋ ਸਕਦੇ ਆ। ਉਹ ਬੰਦਾ ਜਿਹਦੀ ਸਿਆਸੀ ਤੌਰ ਦੇ ਉੱਤੇ ਕਿਸੇ ਕਿਸਮ ਦੀ ਕੋਈ ਵਿਚਾਰਧਾਰਾ ਨਹੀਂ, ਉਹ ਸਿਰਫ ਸਟ੍ਰੈਟਜੀ ਬਣਾਉਣ ਵਾਲਾ ਬੰਦਾ ਆ। ਤੇ ਉਹਨੂੰ ਇਸ ਤਰ੍ਹਾਂ ਸਾਰਿਆਂ ਵੱਲੋਂ ਜਿਸ ਤਰ੍ਹਾਂ ਕੈਚ ਕਰਨ ਦੀ ਕੋਸ਼ਿਸ਼ ਕੀਤੀ ਗਈ, ਆਪਣੇ ਨਾਲ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਹੁਣ ਕਾਂਗਰਸ ਨੂੰ ਆਪਣੇ ਗੱਲ ਲਾ ਰਹੀ ਹੈ। ਇਹਦਾ ਮਤਲਬ ਹੈ ਕਿ ਇਹ ਪਾਰਟੀਆਂ ਪੂਰੀ ਤਰ੍ਹਾਂ ਨਾਕਾਮ ਹੋ ਚੁੱਕੀਆਂ। ਇਹਨਾਂ ਦਾ ਮੁੱਦਿਆਂ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਜਿਹੜਾ ਇੱਕ ਦ੍ਰਿਸ਼ਟੀਕੋਣ ਜਾਂ ਨਜ਼ਰੀਆ ਹੁੰਦਾ ਉਹ ਖਤਮ ਹੋ ਚੁੱਕਾ। ਇਹ ਸਿਰਫ ਇੱਕ ਇਲੈਕਸ਼ਨ ਮੈਨੇਜਰ ਜਿਹੜੇ ਆ ਉਹਨਾਂ ਨੂੰ ਆਪਣੇ ਸ਼ਾਮਲ ਕਰਕੇ ਸ਼ਾਇਦ ਇਹ ਭਰਮ ਪਾਲ ਰਹੇ ਆ ਵੀ ਅਸੀਂ ਸ਼ਾਇਦ ਫੇਰ ਤੋਂ ਸੱਤਾ ਦੇ ਉੱਤੇ, ਦੇਸ਼ ਦੀ ਸੱਤਾ ਦੇ ਉੱਤੇ ਕਾਮਯਾਬ ਹੋ ਸਕਦੇ ਆ। ਤੇ ਬੁਨਿਆਦੀ ਇਸ਼ੂਜ਼ ਜਿਹੜੇ ਆ ਉਹ ਪੈਣ ਢੱਠੇ ਖੂਹ ਦੇ ਵਿੱਚ। ਕੋਈ ਇੱਦਾਂ ਦਾ ਬੰਦਾ ਚਾਹੀਦਾ ਜਿਹੜਾ ਨਵੀਆਂ ਤਕਨੀਕਾਂ ਦੇ ਆਸਰੇ ਤੇ ਨਵੇਂ ਨਵੇਂ ਸੁਪਨੇ ਜਿਹੜੇ ਆ ਲੋਕਾਂ ਨੂੰ ਦਿਖਾਉਣ ਦਾ ਇੱਕ ਪੂਰਾ ਪਲਾਨ ਤਿਆਰ ਕਰਕੇ ਸਾਨੂੰ ਦੇਵੇ ਤੇ ਅਸੀਂ ਲੋਕਾਂ 'ਚ ਜਾਈਏ ਤੇ ਫਿਰ ਸੱਤਾ ਹਾਸਲ ਕਰ ਲਈਏ। ਇਹ ਟੋਟਲ ਫੇਲਰ ਹੈ, ਸਾਡੀਆਂ ਰਾਜਨੀਤਿਕ ਧਿਰਾਂ ਦਾ ਟੋਟਲ ਫੇਲਰ ਹੈ ਪ੍ਰਸ਼ਾਂਤ ਕਿਸ਼ੋਰ ਦਾ ਉਦੈ ਹੋਣਾ ਜੀ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਜੀ। ਤੇ ਵੈਸੇ ਜਿਹੜੀਆਂ ਆਈਡੀਓਲੋਜੀ ਬੇਸ ਪਾਰਟੀਆਂ ਵੀ ਨੇ, ਜਿੱਦਾਂ ਅਸੀਂ ਕਹਿ ਹਾਂ ਕਿ ਹਿੰਦੂਤਵ ਦੇ ਮੁੱਦੇ ਨੂੰ ਲੈ ਕੇ ਕਰਦੀ ਆ ਬੀਜੇਪੀ ਕੰਮ, ਤੇ ਸੈਕੂਲਰਿਜ਼ਮ ਦਾ ਮੁੱਦਾ ਬੜਾ ਚਿਰ ਰਿਹਾ ਢਾਲ ਬਣ ਕੇ ਕਾਂਗਰਸ ਪਾਰਟੀ ਦੀ, ਹਾਲਾਂਕਿ ਉਹਨਾਂ ਨੇ ਵੀ ਜਾਤੀਵਾਦੀ ਪੋਲਿਟਿਕਸ ਨੂੰ ਪੂਰਾ ਵਰਤਿਆ ਆਪਣੇ ਕੰਮ ਲਈ। ਇਸੇ ਤਰ੍ਹਾਂ ਹੀ ਪੰਜਾਬ ਦੀਆਂ ਪੰਥਕ ਪਾਰਟੀਆਂ ਵਿਚਾਰਧਾਰਾ ਵੀ ਤੇ ਜਿਹੜੀ ਹੈਗੀ ਆ ਉਹ ਵੀ ਤੇ ਕੋਈ ਡਿਵੈਲਪਮੈਂਟ ਲਈ ਜਾਂ ਕੋਈ ਦੇਸ਼ ਲਈ ਪਲਾਨ ਤਾਂ ਨਹੀਂ ਨਾ ਬਣਦੀ ਜੀ। ਜਿਹੜੀਆਂ ਇਸ ਤਰ੍ਹਾਂ ਦੀਆਂ ਵਿਚਾਰਧਾਰਾ ਨੇ ਦਕੀਆਨੂਸੀ ਕਿ ਨਿੱਕੀ ਜੀ ਗੱਲ ਹੋਵੇ ਤੇ ਪੰਥ ਨੂੰ ਖਤਰਾ ਪੈਦਾ ਹੋ ਜਾਂਦਾ, ਤੇ ਜਦੋਂ ਸੱਤਾ 'ਚ ਹੋਣ ਤੇ ਮੁੜ ਕੇ ਉਹ ਆਪ ਹੀ ਪੱਤਰੇ ਪਾੜ ਕੇ ਸੁੱਟਣ ਵਾਲੇ ਦੋਸ਼ੀਆਂ ਦੇ ਵਿੱਚ ਸ਼ਾਮਲ ਉਹਨਾਂ ਦਾ ਨਾਂ ਲੋਕ ਕਰਨ ਲੱਗ ਪੈਣ। ਤੇ ਜਿਨ੍ਹਾਂ ਦੇ ਜਿਹੜੇ ਧਰਮ ਦਾ ਆਸਰਾ ਲੈ ਕੇ ਰਾਜਨੀਤੀ ਕੀਤੀ ਆ, ਇਹੋ ਕੁਝ ਹੀ ਮੈਨੂੰ ਲੱਗਦਾ ਹੈ ਕਿ ਬੀਜੇਪੀ ਕਰਦੀ ਆ ਰਹੀ ਆ। ਰਾਮ ਦਾ ਨਾਂ ਲੈ ਕੇ ਜਿਸ ਤਰੀਕੇ ਨਾਲ ਲੋਕਾਂ ਨੂੰ ਵਰਗਲਾਇਆ ਗਿਆ, ਯਾਨੀ ਕਿ ਜੇ ਇੱਕ ਵਿਚਾਰਧਾਰਾ ਬੇਸ ਹੋਈ ਪਾਰਟੀਆਂ ਨੇ ਤੇ ਇਹਨਾਂ ਦਾ ਦੇਸ਼ ਨੂੰ ਤਾਂ ਕੋਈ ਲਾਭ ਨਹੀਂ ਨਾ ਜੀ। ਜੇ ਦੇਸ਼ ਨੂੰ ਲਾਭ ਤੇ ਉਸ ਚੀਜ਼ ਦਾ ਹੀ ਹੈ ਨਾ ਜਿਹਦੇ ਨਾਲ ਲੋਕਾਂ ਨੂੰ ਕੋਈ ਡਿਵੈਲਪਮੈਂਟ ਦਿਖੇ, ਲੋਕਾਂ ਦਾ ਸਾਥ ਸੌਖਾ ਹੋਵੇ, ਲੋਕ ਆਪਣੇ ਆਪ ਨੂੰ ਇੱਕ ਚੰਗੇ ਨਾਗਰਿਕ, ਚੰਗੇ ਮੁਲਕ ਦੇ ਬਸ਼ਿੰਦੇ ਸਮਝ ਸਕਣ। ਉਸ ਪਾਸੇ ਤੇ ਇੱਕ ਕਦਮ ਨਹੀਂ ਕਿਸੇ ਨੇ ਪੁੱਟਿਆ। ਬਿਲਕੁਲ ਤੁਸੀਂ ਦਰੁਸਤ ਕਹਿ ਰਹੇ ਹੋ ਹਰਜੀਤ ਗਿੱਲ ਜੀ। ਦੇਖੋ, ਆਈਡੀਓਲੋਜੀ ਦਾ ਮਤਲਬ ਇਹ ਹੁੰਦਾ ਹੈ ਕਿ ਉਸ ਆਈਡੀਓਲੋਜੀ ਦੇ ਵਿੱਚ ਕਿਤੇ ਕਿਤੇ ਕੋਈ ਕਮਿਟਮੈਂਟ ਆਵਾਮ ਦੇ ਪ੍ਰਤੀ ਹੈ ਜਾਂ ਨਹੀਂ। ਇਹਨਾਂ ਦੀ ਇਹ ਨਹੀਂ ਕਿ ਵਿਚਾਰਧਾਰਾ ਨਹੀਂ ਹੈ, ਇਹਨਾਂ ਦੀ ਵਿਚਾਰਧਾਰਾ ਤਾਂ ਹੈ। ਜਿਹੜੀ ਵਿਚਾਰਧਾਰਾ ਤੇ ਪਹਿਰਾ ਦੇਣ ਦੀ ਗੱਲ ਕਰਦੀ ਰਹੀ ਹੈ ਕਿਸੇ ਵੇਲੇ ਭਾਰਤੀ ਜਨਤਾ ਪਾਰਟੀ, ਉਸ ਵਿਚਾਰਧਾਰਾ ਤੋਂ ਤਾਂ ਉਹ ਵੀ ਜਿਹੜੀ ਆ ਪਾਸੇ ਹੋ ਲਈ ਹੈ। ਭਾਵੇਂ ਪ੍ਰੈਕਟੀਕਲੀ ਕਈ ਵਾਰੀ ਦਿਖਾਈ ਦਿੰਦਾ ਵੀ ਉਹ ਸ਼ਾਇਦ ਦੇਸ਼ ਦੇ ਵਿੱਚ ਉਸੇ ਤਰ੍ਹਾਂ ਦਾ ਜਿਹੜਾ ਉਹਨਾਂ ਨੇ ਇੱਕ ਸੁਪਨਾ ਸਿਰਜਿਆ ਹੋਇਆ ਉਹਦੇ ਲਈ ਉਹ ਕੰਮ ਕਰ ਰਿਹਾ, ਪਰ ਇਸ ਵੇਲੇ ਉਹਨਾਂ ਸਾਰਿਆਂ ਦੀ ਵਿਚਾਰਧਾਰਾ, ਜਿਹਨਾਂ ਸਾਰਿਆਂ ਦਾ ਤੁਸੀਂ ਜ਼ਿਕਰ ਕੀਤਾ, ਉਸ ਵਿਚਾਰਧਾਰਾ ਦਾ ਮਤਲਬ ਸਿਰਫ ਤੇ ਸਿਰਫ ਕੁਰਸੀ ਹੈ, ਸੱਤਾ ਹੈ। ਇਹਨਾਂ ਦੀ ਵਿਚਾਰਧਾਰਾ ਸਿਰਫ ਸੱਤਾ ਹਾਸਲ ਕਰਨਾ ਹੈ। ਤੇ ਸੱਤਾ ਹਾਸਲ ਕਰਨ ਲਈ ਜਿਹੜੀ ਉਹਨਾਂ ਦੀ ਬੇਸਿਕ ਜਿਹੜੀ ਆਈਡੀਓਲੋਜੀ ਆ ਉਹਦੇ ਨਾਲ ਸਮਝੌਤਾ ਕਰਨਾ ਉਹਨਾਂ ਲਈ ਹੁਣ ਆਮ ਜੀ ਗੱਲ ਹੋ ਗਈ ਹੈ। ਨਹੀਂ ਤਾਂ ਜੇ ਅਸੀਂ ਆਈਡੀਓਲੋਜੀ ਦੇ ਲੈਵਲ ਤੇ ਗੱਲ ਕਰਨੀ ਹੋਵੇ ਤਾਂ ਫਿਰ ਤਾਂ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਕੋਈ ਇਲੈਕਸ਼ਨ ਜਿਹੜਾ ਗੱਠਜੋੜ ਜਾਂ ਚੋਣ ਸਮਝੌਤਾ ਹੋਵੇ। ਜੇ ਆਈਡੀਓਲੋਜੀ ਦੀ ਗੱਲ ਕਰਦੇ ਆ ਆਪਾਂ, ਜੇ ਆਪਾਂ ਆਪਣੀ ਆਈਡੀਓਲੋਜੀ ਦੇ ਉੱਤੇ ਸਟੈਂਡ ਕਰਦੇ ਹੁੰਦੇ ਤਾਂ ਫਿਰ ਮਹਿਬੂਬਾ ਮੁਫਤੀ ਨਾਲ ਭਾਰਤੀ ਜਨਤਾ ਪਾਰਟੀ ਦੇ ਰਿਸ਼ਤੇ ਦਾ ਕੀ ਮਤਲਬ ਹੈ। ਸੋ ਆਈਡੀਓਲੋਜੀ ਇਹਨਾਂ ਦਾ ਵਾਸਤੇ ਕੁਝ ਨਹੀਂ ਆ। ਹੁਣ ਆਈਡੀਓਲੋਜੀ ਸਿਰਫ ਤੇ ਸਿਰਫ ਇਹਨਾਂ ਦੀ ਸੱਤਾ ਆ, ਸੱਤਾ ਹੀ ਇਹਨਾਂ ਦੀ ਵਿਚਾਰਧਾਰਾ ਆ, ਕਿਸੇ ਵੀ ਤਰੀਕੇ ਨਾਲ ਹਾਸਲ ਕਰਨੀ ਹੋਵੇ। ਇੱਥੇ ਕਾਂਗਰਸ ਪਾਰਟੀ ਦੀ ਜਿਹੜੀ ਸੈਕੂਲਰਿਜ਼ਮ ਦੀ ਤੁਸੀਂ ਗੱਲ ਕੀਤੀ, ਜੇ ਤੁਸੀਂ ਅਮਲੀ ਰੂਪ 'ਚ ਦੇਖੋ ਤਾਂ ਕੋਈ ਸੈਕੂਲਰਿਜ਼ਮ ਨਹੀਂ ਹੈ। ਉਹਨਾਂ ਦੇ ਅਮਲ ਦੇ ਵਿੱਚ ਕਿੱਥੇ ਹੈ ਸੈਕੂਲਰਿਜ਼ਮ। ਈਵਨ ਹੁਣ ਤਾਂ ਪਿਛਲੀ ਇਲੈਕਸ਼ਨ ਦੇ ਵਿੱਚ ਤਾਂ ਰਾਹੁਲ ਗਾਂਧੀ ਦਾ ਜਿਸ ਕਿਸਮ ਦਾ ਵਿਹਾਰ ਰਿਹਾ, ਵੱਖ-ਵੱਖ ਸੂਬਿਆਂ 'ਚ ਜਾ ਕੇ ਜਿਸ ਤਰੀਕੇ ਦੇ ਨਾਲ ਜਨੇਊ ਪਾਉਣ ਦੀ ਵੀ ਗੱਲ ਉਹਨਾਂ ਨੇ ਕੀਤੀ, ਮੈਂ ਵੀ ਜਨੇਊ ਧਾਰੀ ਹਾਂ। ਮਤਲਬ ਜਿਹੜਾ ਹਿੰਦੂਤਵ ਦੀ ਰਾਜਨੀਤੀ ਇੱਕ ਕੱਟੜ ਕਿਸਮ ਦੀ ਭਾਰਤੀ ਜਨਤਾ ਪਾਰਟੀ ਦੀ ਰਹੀ ਹੈ, ਉਹਦੇ ਪੈਰਲਲ ਉਦਾਰ ਹਿੰਦੂਤਵ ਜਾਂ ਸੌਫਟ ਹਿੰਦੂਤਵ ਦੀ ਪੋਲਿਟਿਕਸ ਰਾਹੁਲ ਗਾਂਧੀ ਦੀ ਰਹੀ ਹੈ। ਕੀ ਫਰਕ ਰਹਿ ਗਿਆ? ਇਹ ਤਾਂ ਇੱਕੋ ਪਾਰਟੀ ਦੇ ਵਿੱਚ ਰਹਿ ਕੇ ਦੋ ਚਿਹਰੇ ਜਦੋਂ ਦਿਖਾਉਂਦੇ ਹੁੰਦੇ ਸੀ, ਭਾਰਤੀ ਜਨਤਾ ਪਾਰਟੀ ਦੇ ਇੱਕ ਪਾਸੇ ਅਡਵਾਨੀ, ਇੱਕ ਪਾਸੇ ਵਾਜਪਾਈ,
ਵੀ ਅਡਵਾਨੀ ਬੜੇ ਕੱਟੜ ਕਿਸਮ ਦੇ ਹੈਗੇ ਆ ਤੇ ਵਾਜਪੇਈ ਸਾਹਿਬ ਬੜੇ ਉਦਾਰ ਹੈ। ਉਹ ਇੱਕ ਪਾਰਟੀ 'ਚ ਸੀ ਉਹ ਸਾਰਾ ਕੁਝ। ਹੁਣ ਵੱਖਰੀ ਵੱਖਰੀ ਪਾਰਟੀ ਦੇ ਵਿੱਚ ਇੱਕ ਕੱਟੜ ਹਿੰਦੂਤਵ ਦਿਖਾਈ ਦੇ ਰਿਹਾ, ਦੂਜੇ ਪਾਸੇ ਇੱਕ ਉਦਾਰ ਸੌਫਟ ਹਿੰਦੂਤਵ ਦਿਖਾਈ ਦੇ ਰਿਹਾ। ਇਹ ਸਭ ਕੁਝ ਸੱਤਾ ਲਈ ਹੈ। ਸੋ ਇਹਨਾਂ ਸਾਰਿਆਂ ਦੀ ਵਿਚਾਰਧਾਰਾ ਦਾ ਇੱਕ ਸਾਂਝਾ ਤੰਦ ਜਿਹੜਾ ਆ ਉਹ ਹੈ ਸੱਤਾ। ਬਿਲਕੁਲ ਤੁਸੀਂ ਠੀਕ ਇਹਦਾ ਐਨਾਲਿਸਿਸ ਕਰ ਰਹੇ ਹੋ। ਔਰ ਆਰਐਸਐਸ ਜਿਹੜੀ ਆ ਕਿਸੇ ਜ਼ਮਾਨੇ ਦੇ ਵਿੱਚ ਜਦੋਂ ਬਹੁਤ ਕਮਜ਼ੋਰ ਸੀ ਬੀਜੇਪੀ, ਉਹਨਾਂ ਸਮਿਆਂ 'ਚ ਕਿਸੇ ਨਾ ਕਿਸੇ ਤਰੀਕੇ ਨਾਲ ਕਾਂਗਰਸ ਦੇ ਬੈਕ ਤੇ ਵੀ ਰਹੀ ਆ, ਕਾਂਗਰਸ ਨੂੰ ਵੀ ਸਪੋਰਟ ਕਰਦੀ ਰਹੀ ਆ। ਜਿਹੜੀ ਹਿੰਦੂ ਵੋਟ ਉਹਨੂੰ ਜਿਹੜੀ ਆ ਉਹਨੂੰ ਗ੍ਰੈਬ ਕਰਨ ਲਈ ਕਿਹੜਾ ਕਿਹੜਾ ਪੱਤਾ ਜਿਹੜਾ ਉਹ ਕਾਂਗਰਸ ਨੇ ਨਹੀਂ ਖੇਡਿਆ। 1984 ਵਾਲਾ ਵੇਖ ਲਓ, ਇੰਦਰਾ ਗਾਂਧੀ ਵਾਲੀ ਵੇਵ ਦੇਖ ਲਓ, ਉਹਦੇ ਜਾਣ ਤੋਂ ਬਾਅਦ ਉਹ ਸਾਰਾ ਕੁਝ ਹਿੰਦੂ ਵੋਟ ਨੂੰ ਹੀ ਅਟਰੈਕਟ ਕਰਕੇ ਹੀ ਪਾਵਰ ਚਾਹੁੰਦੇ ਰਹੇ ਨਾ। ਤੇ ਇਹੀ ਗੇਮ ਮੋਦੀ ਰੀ ਖੇਡ ਰਿਹਾ, ਕਾਂਗਰਸ ਵਿੱਚ ਵੀ ਬਹੁਤਾ ਜ਼ਿਆਦਾ ਫਰਕ ਤਾਂ ਨਹੀਂ ਹੈ। ਬਿਲਕੁਲ ਬਿਲਕੁਲ। ਇਸ ਵੇਲੇ ਜਿਹੜਾ ਓਵਰਆਲ ਮੈਂ ਤੁਹਾਨੂੰ ਦੱਸਦਾ ਕਿ ਭਾਰਤੀ ਜਨਤਾ ਪਾਰਟੀ ਦਾ ਵੀ, ਉਹ ਭਾਰਤੀ ਜਨਤਾ ਪਾਰਟੀ ਜਿਹਨੇ ਬਾਰ-ਬਾਰ ਇਹ ਦਾਅਵਾ ਕੀਤਾ ਕਿ ਅਸੀਂ ਕਾਂਗਰਸ ਮੁਕਤ ਭਾਰਤ ਚਾਹੁੰਦੇ ਹਾਂ, ਉਸ ਭਾਰਤੀ ਜਨਤਾ ਪਾਰਟੀ ਦਾ ਵੀ ਕਾਂਗਰਸੀਕਰਨ ਹੋ ਚੁੱਕਾ ਹੈ। ਇਸੇ ਕਰਕੇ ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਜਿਹੜਾ ਸਿਆਸੀ ਕਿਰਦਾਰ ਦੇ ਮਾਮਲੇ ਦੇ ਵਿੱਚ ਕੋਈ ਬਹੁਤ ਜ਼ਿਆਦਾ ਇਹਨਾਂ ਦਾ ਫਰਕ ਨਹੀਂ ਹੈ। ਪੋਲੀਟੀਕਲ ਕਰੈਕਟਰ ਜਿਹੜਾ ਆ ਉਹ ਲਗਭਗ ਇੱਕੋ ਜਿਹਾ, ਥੋੜੇ ਰੰਗ ਹੀ ਵੱਖਰੇ ਆ ਹੁਣ। ਤੇ ਥੋੜਾ ਇਹ ਆ ਵੀ ਉਹ ਥੋੜੇ ਜਿਹੇ ਅਗਰੈਸਿਵ ਦਿਖਾਈ ਦਿੰਦੇ ਆ ਭਾਰਤੀ ਜਨਤਾ ਪਾਰਟੀ ਵਾਲੇ। ਤੇ ਇਹਦੇ 'ਚ ਸਗੋਂ ਮੇਰਾ ਹੋਰ ਵੀ ਇੱਕ ਵਿਚਾਰ ਹੈ, ਵੱਖਰਾ ਵਿਚਾਰ ਹੈ ਮੇਰਾ ਥੋੜਾ ਜਿਹਾ। ਮੈਂ ਸਮਝਦਾ ਵੀ ਜਿਹੜੀ ਚੀਜ਼ ਦਿਖਾਈ ਦਿੰਦੀ ਆ ਉਹ ਘੱਟ ਖਤਰਨਾਕ ਹੁੰਦੀ ਹੈ, ਜਿਹੜੀ ਚੀਜ਼ ਦਿਖਾਈ ਨਹੀਂ ਦਿੰਦੀ ਉਹ ਜ਼ਿਆਦਾ ਖਤਰਨਾਕ ਹੁੰਦੀ ਹੈ। ਮਤਲਬ ਜੇ ਤੁਹਾਨੂੰ ਸੱਪ ਦਿਖਾਈ ਦੇ ਰਿਹਾ, ਤੁਸੀਂ ਉਹਦੇ ਤੋਂ ਬਚਣ ਦਾ ਉਪਰਾਲਾ ਕਰ ਸਕਦੇ ਹੋ ਤੇ ਤੁਹਾਨੂੰ ਪਤਾ ਹੈ ਕਿ ਉਹ ਸਾਹਮਣੇ ਸੱਪ ਹੈ। ਤੇ ਜੇ ਸੱਪ ਹਰੇ ਘਾਹ ਦੇ ਵਿੱਚ ਲੁਕਿਆ ਹੋਇਆ ਤੁਹਾਨੂੰ ਦਿਖਾਈ ਨਹੀਂ ਦਿੰਦਾ, ਅਚਾਨਕ ਹਮਲਾ ਕਰਦਾ, ਉਹ ਜ਼ਿਆਦਾ ਖਤਰਨਾਕ ਹੈ। ਇਸ ਮਾਮਲੇ 'ਚ ਮੈਂ ਭਾਰਤੀ ਜਨਤਾ ਪਾਰਟੀ ਨੂੰ ਬਹੁਤਾ ਖਤਰਨਾਕ ਨਹੀਂ ਮੰਨਦਾ, ਕਿਉਂਕਿ ਭਾਰਤੀ ਜਨਤਾ ਪਾਰਟੀ ਜਾਂ ਆਰਐਸਐਸ ਦਾ ਏਜੰਡਾ ਬਿਲਕੁਲ ਸਾਫ਼ ਹੈ, ਦਿਖਾਈ ਦਿੰਦਾ ਹੈ। ਕਾਂਗਰਸ ਦਾ ਏਜੰਡਾ ਲੁਕਮਾ ਹੈ, ਇਸ ਕਰਕੇ ਕਾਂਗਰਸ ਜ਼ਿਆਦਾ ਮੈਨੂੰ ਖਤਰਨਾਕ ਲੱਗਦੀ ਹੁੰਦੀ ਹੈ। ਕਿਉਂਕਿ ਭਾਰਤੀ ਜਨਤਾ ਪਾਰਟੀ ਜਾਂ ਆਰਐਸਐਸ ਦਾ ਮੁਕਾਬਲਾ ਕਰਨ ਵਾਸਤੇ ਤੁਸੀਂ ਤਿਆਰ ਹੁੰਦੇ ਹੋ, ਤੁਹਾਨੂੰ ਪਤਾ ਹੈ ਵੀ ਹਾਂ ਵੀ ਇਹ ਇੱਦਾਂ ਦੇ ਆ, ਇਹਨਾਂ ਦਾ ਮੁਕਾਬਲਾ ਕਿਵੇਂ ਕਰਨਾ। ਕਾਂਗਰਸ ਨੇ ਲੁਕਮਾ ਵਾਰ ਕਰਨਾ ਤੇ ਲੁਕਮੇ ਵਾਰ ਕੀਤੇ ਆ ਹੁਣ ਤੱਕ, ਸੋ ਉਹ ਜ਼ਿਆਦਾ ਮੈਨੂੰ ਖਤਰਨਾਕ ਲੱਗਦਾ ਹੁੰਦਾ। ਬਹੁਤ ਸਾਰੇ ਦੋਸਤ ਮੇਰੇ ਨਾਲ ਮੁਤਫਿਕ ਨਹੀਂ ਇਸ ਗੱਲ ਲਈ, ਕਿਉਂਕਿ ਕਾਂਗਰਸ ਨਾਲ ਉਹ ਸਮਝੌਤੇ ਕਰਦੇ ਆਏ ਆ। ਭਾਰਤੀ ਜਨਤਾ ਪਾਰਟੀ ਨੂੰ ਜ਼ਿਆਦਾ ਖਤਰਨਾਕ ਦੱਸ ਕੇ ਕਾਂਗਰਸ ਨਾਲ ਸਮਝੌਤੇ ਕਰਨਾ ਜਿਹੜਾ ਆ ਉਹ ਆਤਮਘਾਤੀ ਸਾਬਤ ਵੀ ਹੋਇਆ ਹੁਣ ਤੱਕ। ਸੋ ਇਹ ਗੱਲਾਂ ਨੇ ਤੇ ਇਹਦੇ 'ਤੇ ਕਾਫੀ ਜ਼ਿਆਦਾ ਡੂੰਘੀ ਚਰਚਾ ਨਹੀਂ। ਥੋੜਾ ਥੋੜਾ ਤੰਜ ਤੁਸੀਂ ਕਮਿਊਨਿਸਟਾਂ ਤੇ ਵੀ ਮਾਰ ਜਾਂਦੇ ਹੋ ਕਦੀ ਕਦੀ, ਕਿ ਉਹਨਾਂ ਦਾ ਵੀ ਮੈਨੂੰ ਲੱਗਦਾ ਹੈ ਕਿ ਅਸੂਲਨ ਤੌਰ ਦੇ ਉੱਤੇ ਜਿਹੜੀ ਵਿਚਾਰਧਾਰਾ ਉਹ ਤੋਂ ਥਿੜਕੇ ਹੋਏ ਤੇ ਕਾਮਰੇਡ ਵੀ ਨੇ, ਪਾਰਟੀ ਭਾਵੇਂ ਕੋਈ ਵੀ ਹੋਵੇ। ਨਹੀਂ ਦੇਖੋ, ਤੰਜ ਵਾਲੀ ਗੱਲ ਨਹੀਂ ਆ ਗਿੱਲ ਸਾਹਿਬ, ਇਹ ਰਿਐਲਿਟੀ ਹੈ। ਕਮਿਊਨਿਸਟ ਪਾਰਟੀਆਂ ਬਾਰੇ ਜੇ ਆਪਾਂ ਗੱਲ ਕਰੀਏ ਤੇ ਕਮਿਊਨਿਸਟ ਪਾਰਟੀਆਂ ਨੇ ਵੀ ਆਪਣੇ ਪ੍ਰੋਗਰਾਮ ਦੇ ਮੁਤਾਬਕ ਕੰਮ ਨਹੀਂ ਕੀਤਾ। ਮੈਂ ਮਿਸਾਲ ਦੇ ਤੌਰ ਤੇ ਤੁਹਾਨੂੰ ਦੱਸਦਾ, 1995 ਦੇ ਵਿੱਚ, ਹੁਣ ਕਾਲੂ ਸਾਹਿਬ ਨੇ ਆ ਜਾਣਾ, ਕਾਲੂ ਸਾਹਿਬ ਮੇਰੇ ਨਾਲ ਸਹਿਮਤ ਨਹੀਂ ਹੋਣਗੇ। 1995 ਦੇ ਵਿੱਚ ਜਦੋਂ 15ਵੀਂ ਕਾਂਗਰਸ ਹੋਈ ਆ ਚੰਡੀਗੜ੍ਹ ਦੇ ਵਿੱਚ, ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ CPIM ਦੀ, ਤੇ ਉਦੋਂ ਨਮੂੰਦਰੀਪਾਲ ਹੋਰਾਂ ਨੂੰ ਇੱਕ ਕਿਸਮ ਦਾ ਮੁਕਤ ਕੀਤਾ ਗਿਆ, ਮਤਲਬ ਸਰਗਰਮ ਸਿਆਸਤ ਤੋਂ, ਤੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਹੋਰਾਂ ਨੂੰ ਜਨਰਲ ਸੈਕਟਰੀ ਬਣਾਇਆ ਗਿਆ। ਮੈਂ ਕਿਸੇ ਤੇ ਮਤਲਬ ਕਿਸੇ ਸ਼ਖਸੀ ਤੌਰ ਦੇ ਉੱਤੇ ਕਿਸੇ ਸ਼ਖਸੀਅਤ ਤੇ ਕੋਈ ਕਿਸੇ ਕਿਸਮ ਦੀ ਟਿੱਪਣੀ ਨਹੀਂ ਕਰ ਰਿਹਾ, ਪਰ 1995 'ਚ ਜਦੋਂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਹੋਰਾਂ ਨੂੰ ਪਾਰਟੀ ਦਾ ਜਨਰਲ ਸੈਕਟਰੀ ਬਣਾਇਆ ਗਿਆ 15ਵੀਂ ਕਾਂਗਰਸ ਦੇ ਵਿੱਚ, ਤਾਂ ਪ੍ਰੋਗਰਾਮ ਜਿਹੜਾ ਪਾਸ ਹੋਇਆ, ਉਹ ਪ੍ਰੋਗਰਾਮ ਦੇ ਵਿੱਚ ਜਿਹੜਾ ਉਹ ਇੱਕ ਸਾਰ ਤੱਤ ਪ੍ਰੋਗਰਾਮ ਦਾ ਜਾਂ ਇੱਕ ਸਤਰੀ ਪ੍ਰੋਗਰਾਮ ਜਿਹੜਾ ਮੈਂ ਦੱਸਦਾ, ਉਹਦੇ 'ਚ ਇਹ ਸੀ, ਪ੍ਰੋਗਰਾਮ 'ਚ ਲਿਖਿਆ ਗਿਆ, ਪਾਸ ਕੀਤਾ ਗਿਆ ਤੇ ਵੀ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਇਹ ਦੋਵੇਂ ਭਾਰਤੀ ਆਵਾਮ ਦੀਆਂ ਬਰਾਬਰ ਦੀਆਂ ਦੁਸ਼ਮਣ ਹੈ ਤੇ ਇਹਨਾਂ ਦੋਨਾਂ ਨਾਲ ਬਰਾਬਰ ਦੀ ਦੂਰੀ ਰੱਖਣੀ ਹੈ। ਇਹ ਪ੍ਰੋਗਰਾਮ 'ਚ ਹੈ, ਹਾਲੇ ਵੀ ਦਰਜ ਹੈ ਪ੍ਰੋਗਰਾਮ, ਪਰ ਪ੍ਰੈਕਟਿਸ 'ਚ ਉਲਟ ਹੋ ਗਿਆ। ਪ੍ਰੈਕਟਿਸ 'ਚ ਇਹ ਹੋ ਗਿਆ ਕਿ ਕਾਂਗਰਸ ਪਾਰਟੀ ਨਾਲ ਸਮਝੌਤੇ ਕੀਤੇ ਗਏ, ਸਾਂਝੇ ਮਤਲਬ ਮੰਚ ਬਣਾਏ ਗਏ, ਉਹਨਾਂ ਦੀ ਸਟੇਜਾਂ 'ਤੇ ਵੀ ਗਏ, ਸਰਕਾਰ 'ਚ ਸ਼ਾਮਲ ਹੋਣ ਦੀਆਂ ਗੱਲਾਂ ਕੀਤੀਆਂ ਗਈਆਂ, ਜੋਤੀ ਬਾਸੂ ਨੂੰ ਪ੍ਰਧਾਨ ਮੰਤਰੀ ਬਣਾਉਣ ਤੱਕ ਗੱਲ ਚਲੀ ਗਈ, ਉਹ ਰੱਦ ਕਰ ਦਿੱਤੀ ਪਾਰਟੀ ਦੀ ਜਿਹੜੀ ਐਗਜ਼ੈਕਟਿਵ ਸੀ, ਤੇ ਉਸ ਤੋਂ ਬਾਅਦ ਪਾਰਟੀ ਦੀ ਟੁੱਟ ਭੱਜ ਵੀ ਸ਼ੁਰੂ ਹੋ ਗਈ। ਪਰ ਉਹਦੇ ਬਾਵਜੂਦ ਚੱਲਿਆ, ਬਾਅਦ ਵਿੱਚ ਵੀ ਪ੍ਰਕਾਸ਼ ਕਰਤ ਵੀ ਜਨਰਲ ਸੈਕਟਰੀ ਬਣ ਗਏ, ਚੱਲੇ ਸਾਰੇ ਉਸੇ ਗੱਲ ਤੇ ਵੀ ਹਾਂ ਹੁਣ ਸਮਝੌਤਾ ਬਣਾ ਕੇ ਰੱਖਣਾ ਕਾਂਗਰਸ ਦਾ। ਇਸੇ ਕਰਕੇ ਸੋਮਨਾਥ ਚੈਟਰਜੀ ਜਿਹੜੇ ਆ ਉਹ CPM ਦੇ MP ਹੁੰਦੇ ਸੀ,
ਤੇ ਉਹਨਾਂ ਨੂੰ ਸਪੀਕਰ ਤੱਕ ਬਣਾਇਆ ਗਿਆ ਤੇ ਸੀਪੀਆਈ ਵਾਲੇ ਜਿਹੜੇ ਇੰਦਰਜੀਤ ਗੁਪਤਾ ਉਹ ਗ੍ਰਹਿ ਮੰਤਰੀ ਵੀ ਬਣੇ। ਸੋ ਪ੍ਰੋਗਰਾਮ ਦੇ ਵਿੱਚ ਕੁਝ ਹੋਰ ਦਰਜ ਸੀ, ਪ੍ਰੈਕਟਿਸ 'ਚ ਕੁਝ ਹੋਰ ਕੀਤਾ। ਉਹਦਾ ਨੁਕਸਾਨ ਬਹੁਤ ਵੱਡਾ ਹੋਇਆ। ਮੈਂ ਕਿਸੇ ਵਿਅਕਤੀ ਤੇ ਨਹੀਂ ਕੋਈ ਕਿਸੇ ਕਿਸਮ ਦਾ ਕੋਈ ਟਿੱਪਣੀ ਕਰ ਰਿਹਾ, ਮੈਂ ਓਵਰਆਲ ਪ੍ਰੋਗਰਾਮ ਦੀ ਗੱਲ। ਮੈਨੂੰ ਲੱਗਦਾ ਵਕਤੀ ਲਾਭ ਲੈਣ ਲਈ ਜਦੋਂ ਉਹਨਾਂ ਨੂੰ ਲੱਗਦਾ ਕਿ ਸਾਡੀ ਸਟਰੈਂਥ ਘਟ ਰਹੀ ਆ, ਜਿੱਦਾਂ ਹੁਣ ਵੀ ਆ, ਇੱਕ ਮਜਬੂਰੀ ਵੀ ਬਣ ਜਾਂਦੀ ਆ ਕੁਝ ਪੋਲੀਟੀਕਲ ਪਾਰਟੀਆਂ ਦੀ, ਜੇ ਕੋਈ ਕਮਿਊਨਿਸਟ ਪਾਰਟੀਆਂ ਚਾਹਣ ਕਿ ਕਿਸੇ ਵੀ ਇੱਕ ਸੰਸਦੀ ਖੇਤਰ 'ਚੋਂ ਆਪਣਾ ਐਮਪੀ ਚੁਣ ਕੇ ਭੇਜ ਦੇਣਾ ਜਾਂ ਕੋਈ ਐਮਐਲਏ ਬਣਾ ਲੈਣਾ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਵਿੱਚ ਵੀ, ਤੇ ਫਿਰ ਉਹਨਾਂ ਨੂੰ ਲੱਗਦਾ ਹੈ ਕਿ ਜੇ ਕੋਈ ਜੋੜ ਤੋੜ ਕਰ ਲਾਂਗੇ ਤੇ ਸ਼ਾਇਦ ਇੱਕ ਦੋ ਨੁਮਾਇੰਦੇ ਸਾਡੇ ਪਹੁੰਚ ਜਾਣਗੇ ਤੇ ਸਾਡੀ ਗੱਲ ਉੱਥੇ ਸੁਣੀ ਜਾਏਗੀ। ਸ਼ਾਇਦ ਇਦਾਂ ਦਾ ਉਹਨਾਂ ਦੀ ਮਜਬੂਰੀ ਨਜ਼ਰ ਆਉਂਦੀ ਹੋਏਗੀ ਜਿਹਦਾ ਕਰਕੇ ਸਾਰੇ ਜਿਹੜੇ ਆ ਉਹ ਆਪਣੇ ਸਿਧਾਂਤਾਂ ਤੋਂ ਭਟਕ ਜਾਂਦੇ ਆ। ਇਹ ਮਜਬੂਰੀ ਨਹੀਂ ਹੈ, ਕਮਜ਼ੋਰੀ ਹੈ। ਇਹ ਅਸਲ 'ਚ ਕਮਜ਼ੋਰੀ ਹੈ। ਤੁਸੀਂ ਆਈਡੀਓਲੋਜੀਕਲ ਲੈਵਲ ਦੇ ਉੱਤੇ ਜਿੱਥੇ ਤੁਸੀਂ ਪ੍ਰੋਗਰਾਮ ਤੈਅ ਕਰ ਲੈਂਦੇ ਹੋ ਤੇ ਉਸ ਤੋਂ ਬਾਅਦ ਥਿੜਕ ਜਾਂਦੇ ਹੋ। ਇਹ ਸਿੱਧੇ ਤੌਰ ਦੇ ਉੱਤੇ ਇੱਕ ਭਾਈਵਾਲੀ ਪਾ ਕੇ ਤੁਸੀਂ ਇਹ ਸਮਝਦੇ ਹੋ ਵੀ ਸ਼ਾਇਦ ਅਸੀਂ ਉੱਪਰ ਆ ਜਾਾਂਗੇ, ਹੁੰਦਾ ਨਹੀਂ, ਉਲਟ ਹੋ ਜਾਂਦਾ। ਇਹਦੇ 'ਚ ਮੇਰੀ ਇੱਕ ਧਾਰਨਾ ਹੋਰ ਹੈ, ਉਹ ਹਰ ਲੈਵਲ ਤੇ ਧਾਰਨਾ ਜਿਹੜੀ ਹੈ ਮੇਰੀ, ਮੈਂ ਉਹ ਕਹਿੰਦਾ ਹੈ ਤੇ ਉਹ ਲਾਗੂ ਹੁੰਦੀ ਹੈ ਵੀ ਡੋਮੀਨੇਟ ਜਿਹੜਾ ਬੰਦਾ ਕਰਦਾ ਹੁੰਦਾ ਨਾ, ਉਹਦੇ ਨਾਲ ਜੇ ਕੋਈ ਛੋਟਾ ਬੰਦਾ ਜੁੜਦਾ ਹੈ ਤੇ ਡੋਮੀਨੇਟ ਜਿਹੜਾ ਬੰਦਾ ਕਰਦਾ ਹੌਲੀ ਹੌਲੀ ਛੋਟੇ ਬੰਦੇ ਨੂੰ ਖਤਮ ਹੀ ਕਰ ਦਿੰਦਾ। ਚਾਹੇ ਕਲਚਰ ਦਾ ਲੈਵਲ ਹੋਵੇ, ਜਿੱਦਾਂ ਪੰਜਾਬ ਦੇ ਵਿੱਚ ਬੜੇ ਭਰਮ ਭੁਲੇਖੇ ਆ ਜੀ, ਬੜੀਆਂ ਗੱਲਾਂ ਹੁੰਦੀਆਂ ਵੀ ਇੱਥੇ ਜੀ ਭਈਏ ਆ ਗਏ ਆ, ਪੰਜਾਬ ਤਬਾਹ ਹੋ ਗਿਆ ਜੀ, ਪੰਜਾਬ ਦਾ ਸੱਭਿਆਚਾਰ ਗਿਆ ਜੀ, ਪੰਜਾਬ ਦੀ ਬੋਲੀ ਗਈ ਜੀ। ਇਹ ਫਜ਼ੂਲ ਦੀਆਂ ਗੱਲਾਂ ਆ। ਇੱਥੇ ਡੋਮੀਨੇਟ ਕਲਚਰ ਪੰਜਾਬੀ ਕਲਚਰ ਹੈ, ਡੋਮੀਨੇਟ ਪੰਜਾਬੀ ਭਾਸ਼ਾ ਕਰਦੀ ਹੈ। ਇਸੇ ਕਰਕੇ ਇੱਥੇ ਅੰਤਰਰਾਜੀ ਮਜ਼ਦੂਰ ਜਿਹਨੂੰ ਇਹ ਭਈਆ ਕਹਿੰਦੇ ਆ, ਜਦੋਂ ਅੰਤਰਰਾਜੀ ਮਜ਼ਦੂਰ ਆਉਂਦਾ ਹੈ ਤੇ ਉਹਦੀ ਅਗਲੀ ਪੀੜ੍ਹੀ ਜੇ ਇੱਥੇ ਰਹਿੰਦੀ ਹੈ ਤਾਂ ਪੰਜਾਬੀ ਹੋ ਜਾਂਦੀ ਹੈ, ਉਹ ਪੰਜਾਬੀ ਬੋਲਣ ਲੱਗ ਪੈਂਦੀ ਹੈ। ਜਿੱਦਾਂ ਤੁਹਾਡੇ ਇੱਥੇ ਕੈਨੇਡਾ ਦੇ ਵਿੱਚ ਬੜੀਆਂ ਗੱਲਾਂ ਕਰਦੇ ਆ ਵੀ ਪੰਜਾਬੀ ਬੜੀ ਤਰੱਕੀ ਹੋ ਗਈ ਜੀ ਪੰਜਾਬੀ ਦੀ। ਆਉਂਦੀਆਂ 40-50 ਸਾਲ ਤੱਕ ਕੈਨੇਡਾ ਦੇ ਵਿੱਚ ਜਿਹੜੀ ਪੰਜਾਬੀ ਦੇ ਆਪਾਂ ਪਰਸਨ ਚਲਾ ਰਹੇ ਰਹਿਣੇ ਨਹੀਂ ਹੈ, ਕਿਉਂਕਿ ਜਿਹੜੇ ਹੁਣ ਬੱਚੇ ਜਾ ਰਹੇ ਆ ਪੜ੍ਹ ਲਿਖ ਕੇ ਉਹ ਅੰਗਰੇਜ਼ੀ 'ਚ ਜਾ ਰਹੇ ਆ। ਜਿਹੜੇ ਤੁਸੀਂ ਗਏ ਹੋ, ਤੁਹਾਡੇ ਤੋਂ ਪਹਿਲੀ ਪੀੜ੍ਹੀ ਗਈ ਹੈ, ਉਹ ਪੰਜਾਬੀ ਤੇ ਅੰਗਰੇਜ਼ੀ ਦੇ ਵਿਚਾਲੇ ਝੂਲਦੀ ਹੈ। ਸਾਡੇ ਬੱਚੇ ਜਿਹੜੇ ਆ ਉਸ ਕਿਸਮ ਦੀ ਪੰਜਾਬੀ ਨਹੀਂ ਬੋਲਦੇ, ਪੰਜਾਬੀ ਦੀ ਕਾਇਆ ਬਦਲ ਰਹੀ ਹੈ। ਇਹ ਵੀ ਇੱਕ ਵੱਖਰਾ ਮਸਲਾ। ਪਰ ਡੋਮੀਨੇਟ ਕਲਚਰ ਜਿਹੜਾ ਤੁਹਾਡਾ ਹੋਏਗਾ ਉਹ ਹੌਲੀ ਹੌਲੀ ਬਾਕੀ ਛੋਟੇ ਕਲਚਰ ਨੂੰ ਖਾ ਜਾਊਗਾ। ਇੱਥੇ ਪੰਜਾਬ ਦੇ ਵਿੱਚ ਪੰਜਾਬੀ ਜਿਹੜੀ ਆ, ਉਹਨੇ ਜਿਹੜਾ ਬਾਹਰੋਂ ਕੋਈ ਬੰਦਾ ਆਉਂਦਾ ਉਹਨੂੰ ਹੌਲੀ ਹੌਲੀ ਪੰਜਾਬੀ ਬਣਾ ਦੇਣਾ। ਕੋਈ ਖਤਰਾ ਨਹੀਂ ਹੈ ਪੰਜਾਬ ਦੇ ਵਿੱਚ ਪੰਜਾਬੀ ਨੂੰ। ਇੱਥੇ ਪੋਲਿਟਿਕਸ ਦੇ ਵਿੱਚ ਹੁੰਦਾ, ਜਦੋਂ ਤੁਸੀਂ ਵੱਡੀ ਜਮਾਤ ਦੇ ਨਾਲ ਸਮਝੌਤਾ ਕਰਦੇ ਹੋ ਤਾਂ ਫਿਰ ਹੌਲੀ ਹੌਲੀ ਜਜ਼ਬ ਹੁੰਦਾ ਜਾਂਦਾ, ਤੁਹਾਡਾ ਕਾਡਰ ਜਿਹੜਾ ਮਰਦਾ ਜਾਂਦਾ। ਜਿੱਦਾਂ ਹੁਣ ਬੀਐਸਪੀ ਨਾਲ ਅਕਾਲੀ ਦਲ ਦਾ ਸਮਝੌਤਾ ਹੈ, ਇਹਦਾ ਲਾਭ ਅਕਾਲੀ ਦਲ ਨੂੰ, ਬੀਐਸਪੀ ਨੂੰ ਕੋਈ ਲਾਭ ਨਹੀਂ ਹੈ। ਅਕਾਲੀ ਦਲ ਨੂੰ ਹੌਲੀ ਹੌਲੀ ਜਿਹੜਾ ਬੀਐਸਪੀ ਦਾ ਮਾੜਾ ਮੋਟਾ ਕਾਡਰ ਬਚਿਆ, ਉਹਨੇ ਵੀ ਛੋਟੀ ਛੋਟੀਆਂ ਗਰਜਾਂ ਲਈ ਜਿਹੜਾ ਅਕਾਲੀ ਦਲ ਦੇ ਨਾਲ ਜੁੜ ਜਾਣਾ ਆ। ਤੇ ਜਿਹੜਾ ਮਾੜਾ ਮੋਟਾ ਸੁਪਨਾ ਸੀ ਕਾਂਸ਼ੀ ਰਾਮ ਦਾ, ਉਹ ਸੁਪਨੇ ਉੱਡ ਗਏ ਆ ਤੇ ਬੀਐਸਪੀ ਹੌਲੀ ਹੌਲੀ ਜਿਹੜੀ ਆ ਖਤਮ ਹੋ ਰਹੀ ਆ, ਹੋ ਹੀ ਗਈ ਹੈ। ਤੇ ਇਸ ਸਮਝੌਤੇ ਨਾਲ ਬੀਐਸਪੀ ਹੋਰ ਖਤਮ ਹੋਏਗੀ ਪੰਜਾਬ ਦੇ ਵਿੱਚ, ਕਿਉਂਕਿ ਡੋਮੀਨੇਟ ਉੱਥੇ ਅਕਾਲੀ ਦਲ ਕਰੇਗਾ। ਸੋ ਐਸੀ ਤਰ੍ਹਾਂ ਜਿਹੜੀ ਪੋਲਿਟਿਕਸ ਦੇ ਵਿੱਚ ਜਦੋਂ ਤੁਸੀਂ ਕਾਂਗਰਸ ਨਾਲ ਜਾਂਦੇ ਹੋ, ਤੇ ਉਹਦੀ ਇੱਕ ਮਿਸਾਲ ਤਾਂ ਆਪਣੇ ਪੰਜਾਬ ਦੇ ਵਿੱਚ ਹੈ। ਪਿਛਲੀ ਇਲੈਕਸ਼ਨ ਦੇ ਵਿੱਚ 2002 ਦੀ ਇਲੈਕਸ਼ਨ ਦੇ ਵਿੱਚ ਸੀਪੀਆਈ ਦਾ ਗੱਠਜੋੜ ਸੀ, ਸੀਪੀਐਮ ਦਾ ਵੀ ਗੱਠਜੋੜ ਸੀ ਕਾਂਗਰਸ ਦੇ ਨਾਲ। ਕੈਪਟਨ ਅਮਰਿੰਦਰ ਦੀ ਸਰਕਾਰ ਬਣ ਗਈ, ਸੀਪੀਐਮ ਦਾ ਕੋਈ ਐਮਐਲਏ ਬਣਿਆ ਨਹੀਂ, ਸੀਪੀਆਈ ਦੇ 2 ਬਣ ਗਏ। ਉਹ ਦੋਨੋਂ ਹੀ ਬਾਅਦ ਵਿੱਚ ਐਮਐਲਏ ਜਿਹੜੇ ਆ ਉਹ ਕਾਂਗਰਸ ਨੂੰ ਵੀ ਜੁਆਇਨ ਕਰ ਗਏ। ਕੀ ਪੱਲੇ ਪਿਆ ਸੀਪੀਆਈ ਦੇ? ਅੱਜ ਸੀਪੀਆਈ ਦੀ ਕੀ ਹਾਲਤ ਹੈ ਦੇਸ਼ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ। ਅੱਜ ਸੀਪੀਐਮ ਦੀ ਕੀ ਹਾਲਤ ਹੈ ਦੇਸ਼ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ। ਇਹ ਇਸੇ ਕਰਕੇ ਹੈ ਕਿਉਂਕਿ ਅਸੀਂ ਆਪਣੇ ਅਸੂਲਾਂ ਤੋਂ ਥਿੜਕ ਕੇ ਇੱਕ ਕਮਜ਼ੋਰੀ ਜਿਹੜੀ ਪੈਦਾ ਕਰ ਲਈ ਹੈ, ਸਤਾ ਹਾਸਲ ਅਸੀਂ ਵੀ ਕਰਨਾ ਚਾਹੁੰਦੇ ਹਾਂ, ਇਸ ਕਰਕੇ ਹਾਲਤ ਬਣੀ। ਬਿਲਕੁਲ ਦਸਾਂਝ ਸਾਹਿਬ, ਸ਼ਾਇਦ ਉਹ ਰਾਹ ਤੰਦੌਰੀ ਦਾ ਸ਼ੇਰ ਹੈ ਜਾਂ ਕਿਸੇ ਹੋਰ ਦਾ ਵੱਡੇ ਸ਼ਾਇਰ ਦਾ ਕਿ ਦਰਿਆ ਸਮੁੰਦਰ 'ਚ ਮਿਲ ਕੇ ਆਪਣੀ ਹੋਂਦ ਗਵਾ ਬੈਠਦਾ। ਇਹ ਵੀ ਸ਼ਾਇਦ ਫਾਰਮੂਲਾ ਹਰ ਜਗ੍ਹਾ ਹੀ ਲਾਗੂ ਹੁੰਦਾ। ਇੱਕ ਬ੍ਰੇਕ ਲੈ ਲੈਂਦੇ ਹਾਂ ਜੀ, ਜੇ ਕਾਲੋ ਸਾਹਿਬ ਜੁਆਇਨ ਕਰ ਗਏ ਤਾਂ ਅੱਛੀ ਗੱਲ ਹੈ, ਨਹੀਂ ਤਾਂ ਫਿਰ ਆਪਾਂ ਕੰਟੀਨਿਊ ਕਰਦੇ ਹਾਂ। ਇੱਕ ਛੋਟਾ ਜਿਹਾ ਇੱਥੇ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਅਸੀਂ ਫੌਰਨ ਵਾਪਸ ਆਉਂਦੇ ਜੀ। ਜੋਤੀ ਆ ਪੱਖਾ ਹੌਲੀ ਕਰੇਗੀ।